ਅਸੀਂ ਨੱਚਦੇ ਟੱਪਦੇ ਗਾਉਂਦੇ ਆ, ਮਿੱਟੀ ਨਾਲ ਮਿੱਟੀ ਹੁੰਨੇ ਆ। ਉਹ ਸ਼ਾਮ ਹੋ ਇਕੱਠੇ ਬਹਿਨੇ ਆ, ਬਸ ਇਸੇ ਤਰ੍ਹਾਂ ਮੌਜਾਂ ਲੈਨੇ ਆ। ਉਹ ਮਿੱਠਾ ਸਿੰਘ ਜੀ ਮੌਜਾਂ ਲੈਨੇ ਆ, ਮੌਜਾਂ ਲੈਨੇ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਚੌਧਰੀ ਸਾਹਿਬ। ਜੈ ਹਿੰਦ। ਦੇਖੋ ਨਾਲ ਡਾਕਟਰ ਸਾਹਿਬ ਨੂੰ ਵੀ ਲੈ ਕੇ ਆਇਆ। ਬੱਲੇ ਬੱਲੇ ਬੱਲੇ। ਆਓ ਜੀ ਮਿੱਠਾ ਸਿੰਘ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ। ਮੈਂ ਪਿੱਛੇ ਝਾਤ ਹੀ ਨਹੀਂ ਮਾਰੀ, ਥੋੜਾ ਦੂਰ ਖੜੇ ਸੀ ਨਾ। ਦੂਰ ਖੜੇ ਸੀ, ਕੋਈ ਨਹੀਂ, ਆ ਗਏ ਯਾਰ, ਆ ਗਏ ਨਾ। ਬੈਠੋ ਜੀ, ਤਸ਼ਰੀਫ ਰੱਖੋ। ਜੀ ਆਇਆਂ ਨੂੰ ਡਾਕਟਰ ਸਾਹਿਬ, ਬੈਠੋ ਮਿਹਰਬਾਨੀ ਬੈਠੋ ਜੀ। ਬੈਠੋ। ਨਾਲੇ ਵਧੀਆ ਗੱਲ ਆ ਚੌਧਰੀ ਸਾਹਿਬ, ਅੱਜ ਕੱਲ੍ਹ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ। ਹਾਂਜੀ ਹਾਂਜੀ। ਆ ਨਹੀਂ ਜੀ, ਸਾਡੀਆਂ ਸਾਰੀਆਂ ਨਾਮੀ ਗ੍ਰਾਮੀ ਹਸਤੀਆਂ ਜਿਹੜੀਆਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਜੀ ਨੂੰ ਸੁਨੇਹਾ ਦਿੰਦੇ ਆ, ਜੀ ਜੀ ਜੀ, ਤੇ ਤੁਹਾਡੇ ਵਰਗੇ ਸੱਜਣਾ ਦੇ ਰਾਹੀਂ ਪਹੁੰਚਣਾ ਚਾਹੀਦਾ ਆਮ ਲੋਕਾਂ ਤੱਕ ਜੀ। ਨਾਲੇ ਤੁਹਾਡੇ ਵਰਗੇ ਪੜ੍ਹੇ ਲਿਖੇ ਸੁਨੇਹਾ ਦੇਣਗੇ ਤੇ ਉਹ ਜ਼ਿਆਦਾ ਵੀ ਉਹ ਵੀ ਪਹੁੰਚਦਾ ਜੀ ਨਾਲ। ਜੀ ਬਿਲਕੁਲ ਠੀਕ ਗੱਲ ਹੈ ਜੀ। ਹਾਂ, ਅਸੀਂ ਤੇ ਤੁਹਾਨੂੰ ਜਿਹੜਾ ਨਾ ਫੋਲੋ ਕਰਦੇ ਆ। ਦੇਖੋ ਮਿੱਠਾ ਸਿੰਘ ਜੀ ਕਹਿੰਦੇ ਹੁੰਦੇ ਆ 100 ਸੁਨਾਰ ਦੀ ਤੇ 1 ਲੋਹਾਰ ਦੀ। ਜੀ ਜੀ, ਉਹਨਾਂ ਨੇ ਗੱਲ ਸਿੱਧੀ ਮਾਰੀ ਆ, ਠਾਹ ਕਰਦੀ। ਹਾਂ ਸਹੀ ਗੱਲ ਆ, ਸਹੀ ਗੱਲ ਆ, ਬਿਲਕੁਲ। ਇਹੀ ਫੇ ਬੰਦੇ ਇਹੋ ਜਿਹੇ ਭਾਲੀਦੇ ਐਵੇਂ ਨਹੀਂ ਆਪਾਂ ਭਾਲਦੇ ਇਹੋ ਜਿਹੇ ਬੰਦਿਆਂ ਨੂੰ। ਅੱਛਾ ਗੱਲ ਇਹ ਆ। ਹਾਂਜੀ ਹੁਕਮ। ਪੂਰਾ ਤਾਰੁਫ ਕਰਾ ਦਿਆਂ ਤੁਹਾਡਾ ਇਹਨਾਂ ਨਾਲ। ਇੰਟਰੋਡਕਸ਼ਨ। ਹਾਂ, ਇਹ ਡਾਕਟਰ ਹਰਪ੍ਰੀਤ ਸਿੰਘ ਜੀ ਆ। ਫੇਰ ਇੱਕ ਵਾਰੀ ਜੀ ਆਇਆਂ ਜੀ। ਸਤਿ ਸ਼੍ਰੀ ਅਕਾਲ ਚੌਧਰੀ ਸਾਹਿਬ। ਸਤਿ ਸ੍ਰੀ ਅਕਾਲ। ਇਹ ਆਪਣਾ ਲੁਧਿਆਣੇ ਜਿਹੜੀ ਗੁਰੂ ਅੰਗਦ ਦੇਵ ਵੈਟਨਰੀ ਤੇ ਸਾਇੰਸ ਯੂਨੀਵਰਸਿਟੀ ਆ, ਜੀ ਜੀ ਜੀ, ਹਾਂਜੀ, ਉੱਥੋਂ ਆਏ ਆ। ਅੱਛਾ ਜੀ। ਉੱਥੇ ਹੈਗੇ ਆ ਇਹ ਪਬਲਿਕ ਰਿਲੇਸ਼ਨ ਅਫੀਸਰ। ਬੱਲੇ ਬੱਲੇ ਬੱਲੇ, ਬੜਾ ਰੁਤਬਾ ਹਾਸਲ ਕੀਤਾ ਇਹਨਾਂ ਨੇ। ਬਿਲਕੁਲ ਕੀਤਾ ਜੀ, ਬਿਲਕੁਲ ਕੀਤਾ। ਅੱਜ ਇਹਨਾਂ ਨਾਲ ਯੂਨੀਵਰਸਿਟੀ ਬਾਰੇ ਗੱਲਬਾਤ ਕਰਨੀ ਆ ਆਪਾਂ। ਹਾਂਜੀ ਹਾਂਜੀ। ਇਹ ਤੋਂ ਪਹਿਲਾਂ ਮੈਨੂੰ ਇਹ ਦੱਸੋ, ਉਹ ਸਵੇਰੇ ਮੈਂ ਲੰਘਦਾ ਹਾਕ ਮਾਰੀ, ਤੁਸੀਂ ਕਿੱਥੇ ਗਏ ਸੀ? ਉਹ ਮੈਂ ਮਿੱਠਾ ਸਿੰਘ ਜੀ ਤੁਹਾਨੂੰ ਕੀ ਦੱਸਾਂ, ਇਹ ਚੌਧਰਪੁਣਾ ਲੈ ਤਾਂ ਲੈਂਦਾ, ਇਹਦੇ ਵਿੱਚ ਬੜਾ ਪਰੇਸ਼ਾਨੀਆਂ ਵੀ ਆਉਂਦੀਆਂ, ਤਾਂ ਚਲੋ ਚੰਗੇ ਕੰਮ ਵੀ ਕਈ ਹੋ ਜਾਂਦੇ ਆ। ਅੱਛਾ। ਉਹ ਨਾਲ ਹੀ ਪਿੰਡ ਆਪਣੇ ਪਰੇ ਸੁਜੋਪੁਰ, ਮੈਂ ਉੱਥੇ ਗਿਆ ਸਾਂ। ਅੱਛਾ, ਕੀ ਗੱਲ? ਉੱਥੇ ਆ ਯਾਰ ਜਿਹੜਾ ਮੁੰਡੇ ਨਸ਼ੇ ਨੁਸ਼ੇ ਕਰਨ ਲੱਗ ਪੈਂਦੇ ਆ, ਕੁਰਾਹੇ ਪੈ ਜਾਂਦੇ ਆ। ਹਾਂ, ਤੇ ਅੱਜ ਦਿਨ ਤੁਹਾਨੂੰ ਪਤਾ ਨਾ ਮਨਾਇਆ ਜਾ ਰਿਹਾ, ਤੁਸੀਂ ਮੈਨੂੰ ਦੱਸ ਰਿਹਾ ਸੀ ਕਿਹੜਾ ਦਿਨ ਮਨਾਇਆ ਜਾ ਰਿਹਾ? ਅੱਜ ਜੀ ਬਿਲਕੁਲ ਸਮੁੱਚੀ ਦੁਨੀਆ ਦੇ ਵਿੱਚ ਜਿਹਨੂੰ ਅਸੀਂ ਆਨੇ ਆ ਕੌਮਾਂਤਰੀ ਪੱਧਰ ਤੇ ਨਸ਼ਾ ਵਿਰੋਧੀ ਦਿਨ ਮਨਾਇਆ ਜਾ ਰਿਹਾ। ਤੇ ਉੱਥੇ ਮੈਨੂੰ ਉਹਨਾਂ ਨੇ ਬੁਲਾਇਆ ਸੀ। ਅੱਛਾ। ਹੁਣ ਤਾਂ ਪਹਿਲਾਂ ਅਰਜ਼ ਕੀਤਾ ਵੀ ਚੌਧਰ ਜੂ ਲੈ ਲਈ। ਹਾਂ। ਤੇ ਮੈਂ ਗਿਆ ਸਾਂ ਉੱਥੇ। ਅੱਛਾ। ਤੇ ਉੱਥੇ 10-15 ਨੌਜਵਾਨ ਮੁੰਡੇ ਸੀ। ਹੂੰ। ਤੇ ਸੋਹਣੇ ਉਹਨਾਂ ਦੇ ਜੁੱਸੇ ਸੀ। ਹੂੰ। ਤੇ ਇੱਕ ਗੱਲ ਮੈਨੂੰ ਪਹਿਲਾਂ ਸੁਣ ਕੇ ਦੁੱਖ ਵੀ ਲੱਗਾ ਕਿ ਉਹ ਕੁਰਾਹੇ ਪੈ ਗਏ ਸੀ, ਨਸ਼ਾ ਪੱਤਾ ਕਰਨ ਲੱਗ ਪਏ ਸੀ। ਅੱਛਾ। ਪਰ ਫਿਰ ਖੁਸ਼ੀ ਇਸ ਗੱਲ ਦੀ ਹੋਈ ਕਿ ਉਹਨਾਂ ਨੇ ਅੱਜ ਦੇ ਦਿਹਾੜੇ ਤੇ ਪ੍ਰਣ ਕੀਤਾ, ਹਾਂ, ਅਸੀਂ ਬਿਲਕੁਲ ਅਗਾਂਹ ਤੋਂ ਨਸ਼ਾ ਕੋਈ ਨਹੀਂ ਕਰਾਂਗੇ, ਹੱਥੀਂ ਕੰਮ ਕਰਾਂਗੇ। ਤੇ ਆਪਣੇ ਨਾਲ ਦੇ ਸਾਥੀਆਂ ਨੂੰ ਇਹ ਸੁਨੇਹਾ ਦਿੰਦੇ ਆ ਕਿ ਬਚੋ ਇਸ ਭੈੜੀ ਚੀਜ਼ ਤੋਂ। ਵਾਹ ਜੀ ਵਾਹ, ਵਾਹ ਜੀ ਵਾਹ ਚੌਧਰੀ ਸਾਹਿਬ। ਇਸ ਕਰਕੇ ਥੋੜਾ ਜਿਹਾ ਨਹੀਂ, ਚੰਗੇ ਕੰਮ ਗਏ ਸੀ ਫਿਰ, ਕਿਉਂ ਡਾਕਟਰ ਸਾਹਿਬ? ਦੇਖੋ ਗੱਲ ਇਹ ਆ, ਕੋਈ ਬੁਲਾਵੇ ਜਾਣਾ ਪੈਂਦਾ, ਜਾਣਾ ਪੈਂਦਾ ਨਹੀਂ, ਜਾਣਾ ਚਾਹੀਦਾ। ਪਾਣੀਆਂ ਦੀ ਧਰਤੀ, ਅੰਮ੍ਰਿਤ ਦੀ ਧਰਤੀ ਆ, ਸਾਨੂੰ ਜਿਹੜੀ ਨਸ਼ੇ ਦੀ ਧਰਤੀ ਨਹੀਂ ਬਣਾਉਣੀ ਚਾਹੀਦੀ। ਨਸ਼ਾ ਜਿਹੜਾ ਆ ਨਾ ਜੀ, ਦੇਖੋ ਚੌਧਰੀ ਸਾਹਿਬ, ਡਾਕਟਰ ਸਾਹਿਬ ਜੀਓ, ਇਹਨੇ ਘਰਾਂ ਦੇ ਘਰ ਤਬਾਹ ਕਰ। ਬਿਲਕੁਲ ਜੀ, ਉੱਜੜ ਗਏ ਹੈ ਨਾ। ਤੇ ਮੈਨੂੰ ਇਹ ਨਹੀਂ ਸਮਝ ਆਉਂਦੀ, ਜਿਹੜੇ ਨਸ਼ਾ ਕਰਦੇ ਆ, ਪਤਾ ਉਹਨਾਂ ਨੂੰ ਵੀ ਆ, ਉਹ ਵੀ ਤੇ ਵੇਖਦੇ ਹੀ ਆ ਨਾ ਵੀ ਇਹਦਾ ਅੰਤ ਕਿੰਨਾ ਮਾੜਾ ਆ। ਹਾਂਜੀ ਹਾਂਜੀ, ਇਹਦਾ ਅੰਤ ਜਿਹੜਾ ਆ ਉਹ ਕਿੰਨਾ ਮਾੜਾ ਆ। ਫਿਰ ਵੀ ਸਾਡੇ ਜਿਹੜੇ ਕੁਝ ਨੌਜਵਾਨ ਜਿਹੜੇ ਇਸ ਪਾਸੇ ਪੈ ਜਾਂਦੇ ਆ, ਔਰ ਮੈਂ ਲਾਹਨਤ ਪਾਈਆਂ ਉਹਨਾਂ ਲੋਕਾਂ ਨੂੰ ਜਿਹੜੇ ਇਦਾਂ ਦਾ ਕੰਮ ਇਹਨਾਂ ਤੋਂ ਕਰਵਾਉਂਦੇ ਆ ਜੀ। ਤੇ ਇਹ ਦਿਨ ਇਸੇ ਕਰਕੇ ਮਨਾਏ ਜਾਂਦੇ ਆ ਆਪਣਾ ਡਾਕਟਰ ਸਾਹਿਬ ਜੀ, ਉਹ ਚੌਧਰੀ ਸਾਹਿਬ ਜੀ, ਕਿ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਪਾਇਆ ਜਾਏ ਜੀ। ਇਹ ਇੱਕ ਕੋੜ ਆ, ਕੋੜ ਤੁਸੀਂ ਤੇ ਨੌਜਵਾਨਾਂ ਦਾ ਕੋੜ ਵੱਢ ਕੇ ਆਏ। ਵੱਢ ਕੇ ਮੈਨੂੰ ਫਿਰ ਇੱਕ ਗੱਲ ਬਜ਼ੁਰਗਾਂ ਦੀ ਯਾਦ ਆਈ ਜੀ। ਡਾਕਟਰ ਸਾਹਿਬ ਉਹ ਕਹਿੰਦੇ ਹੁੰਦੇ ਸੀ ਵੀ ਸਾਡੇ ਇੱਕ ਸ਼ਰੀਕੇ ਭਾਈਚਾਰੇ 'ਚ ਹੁੰਦਾ ਸੀ ਬੰਦਾ, ਉਹ ਵੀ ਬੈਲੀ ਸੀਗਾ, ਐਬ ਕਰਦਾ ਸੀ ਇਦਾਂ ਦੇ ਜੀ। ਉਹਨੇ ਕਰਨਾ ਜਿਹੜਾ ਫਲਾਨਾ ਪਰਿਵਾਰ ਹੈ ਨਾ, ਉਹ ਪਰਿਵਾਰ ਬੜਾ ਯਾਰ ਉਤਾਂਹ ਨੂੰ ਜਾ ਰਿਹਾ, ਬੱਚੇ ਪੜ੍ਹੀ ਲਿਖੀ ਜਾ ਰਿਹਾ, ਇਹਨਾਂ ਦੇ ਵੀ ਕੋਈ ਬੂਟਾ ਲਾਈਏ। ਠੀਕ ਹੈ ਜੀ। ਅੱਛਾ। ਹਾਂਜੀ, ਬੂਟਾ ਲਾਈਏ। ਆ ਨਹੀਂ ਬੂਟਾ ਜਿਹੜੇ ਅੱਜ ਕੱਲ ਆਪਾਂ ਲਾਉਨੇ ਆ, ਕੋਈ ਸ਼ਾਨਦਾਰ ਕੁਰਾਹੇ ਪਾਈਏ। ਹਾਂ, ਇਹਨੂੰ ਕਿਤੇ ਕੁਰਾਹੇ ਪਾਈਏ। ਉਹ ਐਸਾ ਉਹ ਨਹੀਂ ਬੂਟਾ ਲਾਉਣਾ, ਐਸੀਆਂ ਬੂਟੇ ਦੀਆਂ ਜੜ੍ਹਾਂ ਡੂੰਘੀਆਂ ਲੱਗਣੀਆਂ, ਉਹ ਫਿਰ ਪੁੱਛਦਾਰ ਪੁੱਛਤ ਤੇ ਕਿੱਥੇ ਜਾ ਕੇ ਗੱਲ ਮੁੱਕਣੀ, ਇਹ ਤਾਂ ਤੁਸੀਂ ਵੀ ਜਾਣਦੇ ਹੋ ਕਿ ਇਹਦਾ ਅੰਤ ਕੀ ਹੁੰਦਾ ਹੈ। ਬਿਲਕੁਲ ਜਾਣਦੇ ਆ ਜੀ। ਦੇਖੋ ਗੱਲ ਇਹੋ ਹੀ ਆ ਵੀ ਸਭ ਤੋਂ ਪਹਿਲਾਂ ਤੇ ਉਹ ਪਰਮਾਤਮਾ ਇਹੋ ਜਿਹਿਆਂ ਨੂੰ ਸਰਮਤ ਬਖਸ਼ੇ ਜੀ, ਜਿਹੜੇ ਇਦਾਂ ਦਾ ਕਾਰਜ ਕਰਦੇ ਆ ਬਈ ਇੱਥੇ ਜੀ ਬੂਟਾ ਲਾਉਣਾ ਇਹਨਾਂ ਦੇ। ਓਏ ਕੋਈ ਅਕਲ ਕਰੋ ਜੀ, ਹੈ ਇਹ ਕੋਈ ਕੰਮ ਆ ਜੀ? ਨਸ਼ਾ ਜਿਹੜਾ ਆ ਕਿਸੇ ਨੂੰ ਲਾਉਣਾ, ਇਹ ਸਭ ਤੋਂ ਵੱਡੀ ਬੇਵਕੂਫੀ ਆ।
ਮਿੱਠਾ ਸਿੰਘ ਜੀ ਵੇਖਿਓ ਉੱਜੜ ਉਹੋ ਜਿਹਾ ਨੇ ਵੀ ਜਾਣਾ ਜਾਣਾ, ਜਿਹੜੇ ਕਿਰਾਏ ਉੱਜੜ ਪਾਉਂਦੇ ਜਾਣਾ, ਆ, ਉੱਜੜ ਜਾਣਾ। ਪਰ ਤੁਸੀਂ ਜੇ ਅੱਜ ਕੁਛ ਸੁਨੇਹਾ ਦੇ ਕੇ ਆਏ ਜੇ ਨਾ ਤੇ ਤੁਸੀਂ ਅੱਜ ਰਾਤ ਸੌ ਕੇ ਵੇਖਿਓ ਤੁਹਾਡੀ ਰੂਹ ਨੂੰ ਕਿੱਡਾ ਸਕੂਨ ਹੋਣਾ। ਸਕੂਨ ਮਿਲਦਾ। ਅਸਲ 'ਚ ਸ਼ੁਕਰ ਰੂਹ ਦੇ ਹੈ, ਸਕੂਨ ਸ਼ੁਕਰ ਹੈ ਵਾਸਤੇ ਜੀ, ਜਿਉਨੇ ਆ ਸ਼ੁਕਰ ਜੀ ਹੈ। ਅਸੀਂ ਉਹ ਲੈਣਾ ਜੇ ਚਾਹੀਦਾ ਨਸ਼ਾ ਕਰਨਾ ਹੀ ਆ ਜੀ ਤੇ ਉਸ ਪ੍ਰਮਾਤਮਾ ਦੇ ਨਾਮ ਦਾ ਕਰੋ। ਜੀ ਜੀ ਵਾਹ ਮਿੱਠਾ ਸਿੰਘ ਜੀ, ਉਹਦਾ ਸਿਮਰਨ ਕਰੋ। ਬਿਲਕੁਲ ਜੀ ਆਹ, ਬਿਲਕੁਲ ਹੈ ਨਾ, ਨਾਮ ਖੁਮਾਰੀ ਨਾਨਕਾ ਨਾਨਕਾ ਚੜੀ ਰਹੇ ਦਿਨ ਚੜ੍ਹੀ ਰਾਤ। ਰਹੇ ਤੇ ਬਿਲਕੁਲ ਉਹ ਠੀਕ ਹੈ। ਨਸ਼ਾ ਕਰੋ ਜੇ ਕਰਨਾ ਹੈ ਤੇ ਇਹਨਾਂ ਨਸ਼ਿਆਂ 'ਚ ਕੀ ਨਾ, ਰੱਖਿਆ? ਨਾ, ਨਾ, ਨਾ। ਆ ਸਰੀਰ ਵੀ ਗਵਾਇਆ ਜੀ ਤੇ ਘਰੋਂ ਘਰ ਵੀ ਗਵਾਇਆ, ਸਾਰਾ ਕੁਝ ਗਵਾ ਕੇ ਫਿਰ ਅੰਤ ਨੂੰ ਮੁੜੇ ਤੇ ਕੀ ਮੁੜੇ, ਕੀ ਮੜੇ ਠੀਕ ਹੈ ਜੀ ਹੈ ਨਾ। ਅੱਛਾ, ਗੱਲ ਇਹ ਆ ਚੌਧਰੀ ਸਾਹਿਬ, ਡਾਕਟਰ ਸਾਹਿਬ ਨਾਲ ਤੇ ਗੱਲਾਂ ਬਾਤਾਂ ਆਪਾਂ ਜਿਹੜੀਆਂ ਕਰਨੀਆਂ ਹੀ ਹਾਂਜੀ ਕਰਨੀਆਂ ਹਾਂਜੀ ਆ। ਕਰਨੀ ਆ ਜੀ, ਲਾਹਾ ਲੈਣਾ ਪੂਰਾ ਆਪਾਂ। ਆ ਭਾ ਆਏ ਆ ਮੰਡੀਆਂ ਦੇ, ਅੱਛਾ ਜੀ, ਜੇ ਹੁਕਮ ਹੋਵੇ ਤੇ ਪੜ੍ਹਨੀ। ਨਹੀਂ ਨਹੀਂ ਜੀ, ਸੁਣਾਓ ਜੀ, ਕਿਉਂ ਸੁਣਾਓ। ਡਾਕਟਰ ਸਾਹਿਬ? ਸੁਣਾਓ ਜੀ ਸੁਣਾਓ। ਲਓ ਜੀ ਲਓ। ਆਲੂ ਵਿਕੇ ਆ ਜੀ ਜਲੰਧਰ 1100 ਰੁਪਏ ਕੁਇੰਟਲ, ਅੰਮ੍ਰਿਤਸਰ 900 ਰੁਪਏ, ਰਈਆ ਮੰਡੀ 2000 ਰੁਪਏ ਤੇ ਫਗਵਾੜੇ 1605 ਰੁਪਏ, ਪਟਿਆਲੇ 1800 ਰੁਪਏ ਤੇ ਬਠਿੰਡੇ 1500 ਤੇ 50 ਰੁਪਏ ਕੁਇੰਟਲ ਜੀ। ਸੁੱਕੇ ਗੰਢੇ ਵਿਕੇ ਅੱਜ ਜਲੰਧਰ ਚੌਧਰੀ ਸਾਹਿਬ 1200 ਰੁਪਏ ਕੁਇੰਟਲ, ਜੀ ਅੰਮ੍ਰਿਤਸਰ 700 ਰੁਪਏ, ਰਈਆ 1500 ਰੁਪਏ, ਫਗਵਾੜੇ 1100 ਤੇ 58 ਰੁਪਏ, ਪਟਿਆਲੇ 1400 ਰੁਪਏ ਤੇ ਬਠਿੰਡੇ 1250 ਰੁਪਏ ਜੀ। ਗੰਡੇ ਆਹ ਟਮਾਟਰ ਅੱਜ ਵਿਕੇ ਆ ਜਲੰਧਰ 400 ਰੁਪਏ ਕੁਇੰਟਲ, ਅੰਮ੍ਰਿਤਸਰ 500 ਰੁਪਏ, ਰਈਆ ਮੰਡੀ 1600 ਰੁਪਏ, ਫਗਵਾੜੇ 800 ਤੇ 46 ਰੁਪਏ, ਪਟਿਆਲੇ 1400 ਰੁਪਏ ਤੇ ਬਠਿੰਡਾ 600 ਰੁਪਏ ਜੀ। ਸਤ ਬਚਨ ਜੀ। ਬੈਂਗਨ ਅੱਜ ਵਿਕੇ ਆ ਜੀ ਜਲੰਧਰ 700 ਰੁਪਏ, ਅੰਮ੍ਰਿਤਸਰ 400 ਰੁਪਏ, ਰਈਆ ਮੰਡੀ 1000 ਰੁਪਏ, ਫਗਵਾੜੇ 700 ਤੇ 18 ਰੁਪਏ ਜੀ, ਪਟਿਆਲੇ 1000 ਰੁਪਏ ਬੈਂਗਣਾ ਦਾ ਭਾਅ ਰਿਹਾ, ਬਠਿੰਡੇ ਚੌਧਰੀ ਸਾਹਿਬ ਭਾਅ ਰਿਹਾ ਜੀ 900 ਰੁਪਏ ਕੁਇੰਟਲ। ਅੱਛਾ ਜੀ, ਬੈਂਗਣ ਅੱਗੇ ਇੱਕ ਛੋਟੇ ਛੋਟੇ ਜਿਹੇ ਉਹ ਬੈਂਗਣੀਆਂ ਹੁੰਦੀਆਂ, ਜਿਹੜੇ ਨਿੱਕੇ ਨਿੱਕੇ ਜਿਹੇ ਹੁੰਦੇ ਆ, ਉਹ ਵੀ ਮੈਂ ਦੇਖੇ ਆ। ਆਉਂਦੇ ਆ ਜੀ, ਪਰ ਉਹ ਜ਼ਿਆਦਾ ਚੜ ਜਾਂਦੇ ਆ ਨਾ ਕੁਇੰਟਲ 'ਚ। ਅੱਛਾ, ਭਾਅ ਉਹੀ ਰਹਿੰਦਾ ਭਾਅ ਤਕਰੀਬਨ। ਇੱਕੋ ਹੀ ਆ। ਹਾਂ, ਚਲੋ ਕੀ ਆ ਜਿਹੜਾ ਜੀ ਜਲੰਧਰ 800 ਰੁਪਏ ਕੁਇੰਟਲ ਤੇ ਅੰਮ੍ਰਿਤਸਰ 500 ਰੁਪਏ, ਰਈਏ ਵੀ 500 ਰੁਪਏ, ਠੀਕ ਹੈ ਜੀ। ਠੀਕ ਹੈ ਜੀ। ਫਗਵਾੜੇ 200 ਤੇ 75 ਰੁਪਏ, ਪਟਿਆਲੇ 1000 ਰੁਪਏ ਤੇ ਬਠਿੰਡਾ 400 ਤੇ 50 ਰੁਪਏ, ਠੀਕ ਹੈ ਜੀ। ਹਾਂਜੀ। ਇਹ ਤੇ ਸੀ ਜੀ ਮੰਡੀਆਂ ਜਿਨਸਾਂ ਦੇ ਦੇ ਭਾਅ। ਜਿਹੜੇ ਭਾਅ ਆਏ ਆ। ਤੇ ਹੁਣ ਡਾਕਟਰ ਸਾਹਿਬ ਦੇ ਗੋਚਰੇ ਜਿਹੜਾ ਕੰਮ ਆ ਹਾਂਜੀ ਹਾਂਜੀ, ਇਹਨਾਂ ਦਾ ਵੀ ਲਾਹਾ ਲੈਣਾ ਆਪਾਂ। ਲੈਣਾ ਜੀ ਲੈਣਾ। ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਡੇ ਵਿਹੜੇ 'ਚ ਆਏ ਆ। ਤੁਹਾਡਾ ਵੀ ਧੰਨਵਾਦ ਜੀ, ਜੀ ਆਇਆਂ ਨੂੰ ਯਾਦ ਫੇਰ ਕੀਤਾ। ਕਹਿੰਦੇ ਆ ਫੇਰ ਤੁਹਾਨੂੰ। ਇੱਕ ਵਾਰੀ ਜੀ। ਜੀ ਗੱਲ ਕਰਨੀ ਹੈ ਤੁਹਾਡੇ ਨਾਲ। ਤੁਸੀਂ ਦੇਖੋ ਉੱਥੇ ਇੱਕ ਉੱਚ ਅਹੁਦੇ ਤੇ ਕੰਮ ਕਰਦੇ ਆ ਔਰ ਪਬਲਿਕ ਰਿਲੇਸ਼ਨ ਆਫੀਸਰ, ਜੀ ਉੱਥੇ ਵਿਚਰਦੇ ਆ ਲੋਕਾਂ 'ਚ। ਬਿਲਕੁਲ ਤੇ ਸਭ ਤੋਂ ਵਧੀਆ ਗੱਲ ਜਿਹੜੀ ਹੈ ਉਹ ਤੁਸੀਂ ਸਾਡੇ ਜਿਹੜੇ ਪਸ਼ੂ ਪਾਲਕ ਆ, ਜ਼ਿਮੀਦਾਰ ਆ, ਉਹਨਾਂ ਦੀ ਸੇਵਾ ਕਰਦੇ ਆ ਸਾਹਿਤ ਦੇ ਨਾਲ। ਜੀ ਜਿਹੜਾ ਵੈਟਨਰੀ ਯੂਨੀਵਰਸਿਟੀ ਵੱਲੋਂ ਸਾਹਿਤ ਪ੍ਰਕਾਸ਼ਿਤ ਕੀਤਾ ਜਾਂਦਾ, ਜੀ, ਜੀ। ਉਹ ਲੋਕਾਂ ਦੇ ਵਿੱਚ ਕਿਵੇਂ ਜਾਗਰੂਕਤਾ ਲਿਆਉਂਦਾ ਜੀ ਹੈ ਜੀ ਸਾਰਾ। ਇਹ ਤੇ ਪੱਕੀ ਗੱਲ ਆ ਬਈ ਸਾਹਿਤ ਹੋਣਾ ਸਾਡੇ ਸਿਸਟਮ 'ਚ ਬਹੁਤ ਲਾਜ਼ਮੀ ਆ। ਜੀ ਜੀ ਤੇ ਤੁਸੀਂ ਜਿਹੜਾ ਸਾਹਿਤ ਛਾਪਦੇ ਆ, ਜੀ ਜੀ ਇਹਦੀ ਸਾਡੇ ਜ਼ਿਮੀਦਾਰਾਂ ਲਈ ਮਹੱਤਤਾ ਕੀ ਆ? ਜੀ ਮਿੱਠਾ ਸਿੰਘ ਜੀ, ਵੇਖੋ ਜਿਹੜਾ ਸਾਹਿਤ ਹੈ ਨਾ ਜੀ, ਜੇ ਆਪਾਂ ਆਪਣੇ ਥੋੜੇ ਪੁਰਾਤਨ ਹਵਾਲਿਆਂ ਨਾਲ ਵੀ ਗੱਲ ਕਰੀਏ ਤੇ ਸਾਡੇ ਜਿੰਨੇ ਗ੍ਰੰਥ ਨੇ, ਜਿੰਨੇ ਸਾਡੇ ਵੇਦ ਨੇ, ਜੇ ਕੁਛ ਸਾਡੇ ਕੋਲ ਚੰਗਾ ਤੁਰਿਆ ਆਉਂਦਾ ਪੀੜ੍ਹੀਆਂ ਤੋਂ, ਯੁਗਾਂ ਯੁਗਾਂਤਰਾਂ ਤੋਂ ਸਾਹਿਤ ਦੇ ਥਰੂ ਤੁਰਿਆ ਆਉਂਦਾ। ਹਾਂ ਇਹ ਤੇ ਹੈ। ਬਿਲਕੁਲ ਠੀਕ ਗੱਲ ਹੈ, ਠੀਕ ਗੱਲ ਹੈ। ਜਿਹੜੀਆਂ ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ ਕਾਢਾਂ ਮੰਨੀਆਂ ਜਾਂਦੀਆਂ ਨੇ, ਉਹਨਾਂ 'ਚ ਅੱਗ, ਪਹੀਆ ਤੇ ਛਾਪਾਖਾਨਾ। ਜੀ ਜੀ ਤੇ ਛਾਪੇਖਾਨੇ ਨਾਲ ਸਾਡੇ ਸਾਹਿਤ ਨੂੰ ਜਿਹੜਾ ਨਾ ਉਹਨੇ ਇੱਕ ਗਤੀ ਦੇ ਦਿੱਤੀ। ਪਹਿਲਾਂ ਸਾਰਾ ਕੁਝ ਜਿਹੜਾ ਵਾ ਹੱਥ ਨਾਲ ਲਿਖਿਆ ਜਾਂਦਾ ਸੀ। ਇੱਥੋਂ ਤੱਕ ਕਿ ਤੁਸੀਂ ਬੜੇ ਗ੍ਰੰਥ ਵੀ ਵੇਖੇ ਹੋਣਗੇ, ਗੁਰੂ ਗ੍ਰੰਥ ਸਾਹਿਬ ਵੀ ਤੁਸੀਂ ਆਪਾਂ ਜਦੋਂ ਜੀ, ਜੀ, ਦਰਬਾਰ ਸਾਹਿਬ ਹੱਥ ਜਾਂਦੇ ਆ ਉੱਥੇ ਹੱਥ ਲਿਖ ਜਿਹੜਾ ਜੀ ਆਪਾਂ ਜੀ ਵੇਖਿਆ। ਜੀ ਜੀ ਜੀ। ਇਸ ਕਰਕੇ ਸਾਹਿਤ ਜਿਹੜਾ ਹੈ ਉਹ ਇਸ ਤਰੀਕੇ ਦੇ ਨਾਲ ਉਹ ਸਦੀਆਂ ਤੋਂ ਚੱਲਦਾ ਹੈ, ਅੱਗੇ ਤੁਹਾਡਾ ਗਿਆਨ ਪਹੁੰਚਾਉਂਦਾ ਹੈ। ਤੇ ਇਸੇ ਉਪਰਾਲੇ ਨੂੰ ਜਿਹੜਾ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਇਸ ਜਿਹੜਾ ਸੰਦ ਜਾਂ ਟੂਲ ਆਪਾਂ ਕਹਿ ਲਈਏ, ਉਸੇ ਨੂੰ ਜਿਹੜਾ ਅੱਗੇ ਵਧਾਉਂਦੀ ਆ ਕਿ ਅਸੀਂ ਸਾਹਿਤ ਦੇ ਰਾਹੀਂ ਜਿਹੜਾ ਆਪਣੇ ਕਿਸਾਨਾਂ ਦੀ ਸੇਵਾ ਕਰ ਸਕੀਏ। ਤੇ ਸਾਹਿਤ ਦੇ ਵਿੱਚ ਵੀ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਗਿਆਨ ਦੀ ਲੋੜ ਆ। ਜੀ ਅਸੀਂ ਹਰ ਤਰੀਕੇ ਦਾ ਪਸ਼ੂ ਪਾਲਣ ਸੰਬੰਧੀ ਜਿਹੜਾ ਸਾਹਿਤ ਉਹ ਛਾਪਦੇ ਆ, ਕਿਸਾਨਾਂ ਤੱਕ ਪਹੁੰਚਾਉਂਦੇ ਆ ਤੇ ਬੜੀ ਵਾਜਬ ਕੀਮਤ ਦੇ ਉੱਤੇ। ਹਾਂ ਬਿਲਕੁਲ ਸਹੀ ਗੱਲ ਹੈ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਨਾ ਇਹ ਛਾਪਦੇ ਆ, ਜੀ। ਇਹ ਜਿਹੜਾ ਸਾਹਿਤ ਛਾਪਦੇ ਆ ਜੀ, ਜੀ ਇਹਦਾ ਮਤਲਬ ਕੀ ਤੌਰ ਤਰੀਕਾ ਆ, ਕਿਵੇਂ ਛਪਦਾ ਆ, ਇਹਦੇ ਬਾਰੇ ਵੀ ਥੋੜਾ ਜਿਹਾ ਸਾਨੂੰ ਦੱਸੋ। ਜੀ ਇਹਦੇ ਵਿੱਚ ਚੌਧਰੀ ਸਾਹਿਬ ਸਭ ਤੋਂ ਪਹਿਲਾਂ ਤੇ ਵੇਖੋ ਕਿ ਕੋਈ ਵੀ ਜਿਹੜਾ ਸਾਹਿਤ ਆ ਉਹ ਅਸੀਂ ਇਸ ਤਰੀਕੇ ਨਾਲ ਉਹਦੀ ਫੀਡਬੈਕ ਲੈਨੇ ਆ ਹਾਂਜੀ, ਕਿ ਕਿਸਾਨ ਨੂੰ ਲੋੜ ਕੀ ਆ, ਅੱਛਾ ਸਾਡੇ ਪਸ਼ੂ ਪਾਲਕ ਨੂੰ ਸਮੱਸਿਆ ਕੀ ਆ। ਜੀ ਜੀ। ਵੇਖੋ ਅਸੀਂ ਅਧੂਰੇ ਆ ਉਦੋਂ ਤੱਕ ਹਾਂਜੀ ਜਦੋਂ ਤੱਕ ਸਾਨੂੰ ਕਿਸਾਨ ਦੱਸਦਾ ਨਹੀਂ ਵੀ ਉਹਦੀ ਲੋੜ ਕੀ ਆ। ਬਿਲਕੁਲ ਠੀਕ ਅਸੀਂ ਮੇਲੇ ਲਾਉਨੇ ਆ, ਅਸੀਂ ਖੇਤਰ 'ਚ ਜਾਂਦੇ ਆ, ਅਸੀਂ ਵੱਖੋ ਵੱਖਰੇ ਪਸ਼ੂ ਭਲਾਈ ਕੈਂਪ ਲਾਉਨੇ ਆ,
ਉੱਥੋਂ ਸਾਨੂੰ ਕਿਸਾਨ ਦੱਸਦੇ ਜੀ ਸਾਡੀ ਗਾਂ ਨੂੰ ਮੱਝ ਨੂੰ ਆਹ ਸਮੱਸਿਆ ਹੈ, ਸਾਡੀ ਬੱਕਰੀ ਦੀ ਖੁਰਾਕ ਜਿਹੜੀ ਆ ਉਹ ਸਾਨੂੰ ਕਿਸ ਤਰੀਕੇ ਨਾਲ ਹੀ ਪਾ ਸਕੀ, ਅੱਜ ਕੱਲ ਚਰਾਂਦਾ ਨਹੀਂ ਰਹਿ ਗਈਆਂ, ਦੱਸੋ ਕਿਵੇਂ ਕਰੀਏ। ਜੀ ਬਿਲਕੁਲ ਉਦੋਂ ਠੀਕ ਫਿਰ ਗੱਲ ਹੈ, ਸਾਨੂੰ ਠੀਕ ਗੱਲ ਹੈ ਜੀ। ਉਦੋਂ ਫਿਰ ਸਾਨੂੰ ਵਿਸ਼ੇ ਮਿਲ ਜਾਂਦੇ ਆ ਕਿ ਕਿਹੜੀ ਚੀਜ਼ ਦੀ ਜਿਹੜੇ ਸਾਡੇ ਪਸ਼ੂ ਪਾਲਕ ਨੂੰ ਲੋੜ ਹੈ। ਫਿਰ ਉਹ ਵੀ ਤੁਸੀਂ ਵੇਖੋ ਵੀ ਵੱਖੋ ਵੱਖਰੀ ਭੂਮੀ ਤੋਂ ਵੱਖੋ ਵੱਖਰੀ ਭੂਮੀ ਤੱਕ ਜਿਹੜੀ ਹੈ ਨਾ ਉਹ ਹੋਰ ਤਰੀਕੇ ਦੀ ਜਿਹੜੀਆਂ ਲੋੜਾਂ ਮਹਿਸੂਸ ਹੁੰਦੀਆਂ। ਜੀ ਜੀ ਅਸੀਂ ਇਹਨਾਂ ਗੱਲਾਂ ਨੂੰ ਜਦੋਂ ਧਿਆਨ ਦੇ ਵਿੱਚ ਰੱਖਦੇ ਆ ਤੇ ਫਿਰ ਸਾਡੇ ਜਿਹੜੇ ਮਾਹਰ ਨੇ, ਜਿਹੜੇ ਸਾਡੇ ਐਕਸਪਰਟ ਨੇ ਵੱਖੋ ਵੱਖ ਵਿਸ਼ਿਆਂ ਦੇ, ਉਹ ਜਿਹੜਾ ਉਹਦੇ ਉੱਤੇ ਆਪਣੀ ਪੁਸਤਕ ਦੀ ਰਚਨਾ ਕਰਦੇ ਆ ਵੀ ਇੰਨਾ ਸਾਨੂੰ ਵਿਸ਼ਿਆਂ ਦੀ ਲੋੜ ਤੇ ਉਹਦੇ ਵਿੱਚ ਸਾਡੇ ਵੱਖੋ ਵੱਖਰੇ ਜਿਹੜੇ ਇਹੋ ਜਿਹੇ ਅਧਿਆਏ ਹੋਣੇ ਚਾਹੀਦੇ ਆ। ਜੀ ਇਹਨਾਂ ਨੇ ਹੁਣ ਗੱਲ ਕੀਤੀ ਆ ਜੀ ਵੀ ਜ਼ਮੀਨ ਦਾ ਫਰਕ ਹੁੰਦਾ ਆ। ਹੁਣ ਮਤਲਬ ਜਿੱਥੇ ਹੁਣ ਆਪਾਂ ਬੱਕਰੀਆਂ ਦੀ ਗੱਲ ਕਰੀਏ, ਬੱਕਰੀਆਂ ਰੱਖਣੀਆਂ, ਜੀ ਜਿਹੜੀ ਆਪਣੇ ਪਹਾੜਾਂ ਵੱਲ ਹੋਊਗੀ ਜ਼ਮੀਨ, ਉਹਦੀ ਤਸਵੀਰ ਹੋਰ ਹੋਣੀ ਆ, ਆਪਣੇ ਹਾਂਜੀ ਆ ਜਲੰਧਰ ਦੀ ਹੋਰ ਹੋਣੀ ਆ। ਉੱਥੇ ਵੀ ਤੁਹਾਨੂੰ ਫਿਰ ਸਾਹਿਤ ਜਿਹੜਾ ਰਚਦੇ ਆ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਰਚਦੇ। ਬਿਲਕੁਲ ਜੀ, ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਰਚਦੇ ਆ। ਤੇ ਇੱਥੋਂ ਤੱਕ ਕਿ ਅਸੀਂ ਜਿਹੜੀ ਪਸ਼ੂਆਂ ਦੀ ਖੁਰਾਕ ਵੀ ਬਣਾਉਂਦੇ ਆ ਉਹਦਾ ਵੀ ਅਸੀਂ ਖਿਆਲ ਰੱਖਦੇ ਆ ਕਿ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਕਿਸ ਤਰੀਕੇ ਦੀ ਜਿਹੜੀ ਆ ਪੱਠਿਆਂ ਦੇ ਵਿੱਚ ਕਿਹੋ ਜਿਹੀ ਘਾਟ ਆਉਂਦੀ ਆ, ਉਹਦੇ ਹਿਸਾਬ ਨਾਲ ਅਸੀਂ ਉਹਦੀ ਪੂਰਤੀ ਕਰਨ ਵਾਸਤੇ ਵੱਖੋ ਵੱਖਰੇ ਤਰ੍ਹਾਂ ਦੇ ਜਿਹੜੇ ਆ ਉਹ ਕੋਈ ਧਾਤਾਂ ਦਾ ਚੂਰਾ ਅਸੀਂ ਬਣਾਉਂਦੇ ਆ, ਕੋਈ ਪਸ਼ੂਆਂ ਦੀ ਚਾਟ ਬਣਾਉਂਦੇ ਆ, ਤਾਂ ਕਿ ਕਿਸੇ ਤਰੀਕੇ ਦੀ ਘਾਟ ਜਿਹੜੀ ਆ ਉਹ ਪਸ਼ੂਆਂ ਨੂੰ ਰਹਿ ਨਾ ਜਾਏ। ਕਿਉਂਕਿ ਵੇਖੋ ਪਸ਼ੂ ਆ ਤੇ ਸਾਡੇ ਜਿਹੜੇ ਆ ਜ਼ਿਮੀਂਦਾਰ ਦੀ ਜਿਹੜੀ ਆ ਉਹ ਆਮਦਨ ਬਣੀ ਹੋਈ ਹੈ ਤੇ ਨਾਲੇ ਉਹਦੀ ਸਿਹਤ ਦੇ ਨਾਲ ਹੀ ਜਿਹੜਾ ਸਾਰਾ ਕੁਝ ਅੱਗੇ ਤੁਰਦਾ ਜੀ। ਡਾਕਟਰ ਸਾਹਿਬ ਮਤਲਬ ਇਹ ਆ ਕਹਿੰਦਾ ਵੀ ਦੁਕਾਨਦਾਰ ਨੂੰ ਦੁਕਾਨਦਾਰੀ ਜਿਹੜੀ ਹੈ ਨਾ ਗਾਹਕ ਸਿਖਾਉਂਦਾ। ਜੀ ਬਿਲਕੁਲ ਠੀਕ ਹੈ ਜੀ, ਬਿਲਕੁਲ ਵੀ ਗਾਹਕ ਜਾਂਦਾ ਉਹ ਫਿਰ ਦੱਸਦਾ ਵੀ ਮੈਨੂੰ ਆਹ ਚੀਜ਼ ਚਾਹੀਦੀ ਆ, ਫਿਰ ਦੁਕਾਨਦਾਰ ਨੋਟ ਕਰ ਲੈਂਦਾ ਵੀ ਮੇਰੀ ਆਹ ਚੀਜ਼ ਇੱਥੇ ਵਿਕਦੀ ਆ। ਬਿਲਕੁਲ ਜੀ ਬਿਲਕੁਲ। ਉਸੇ ਤਰ੍ਹਾਂ ਤੁਸੀਂ ਪਹਿਲੇ ਸਮੱਸਿਆਵਾਂ ਜਿਹੜੀਆਂ ਵਾ ਉਹ ਸਾਡੇ ਪਸ਼ੂ ਪਾਲਕ ਵੀਰਾਂ ਦੀਆਂ ਇਕੱਠੀਆਂ ਕਰਦੇ ਆ, ਫਿਰ ਉਹਦਾ ਸਾਹਿਤ ਛਾਪ। ਬਿਲਕੁਲ ਜੀ ਬਿਲਕੁਲ। ਛਾਪ ਤੇ ਤੁਸੀਂ ਦਿੰਨੇ ਆ ਜੀ, ਤੇ ਇਹ ਸਾਹਿਤ ਲੈਣ ਲਈ ਜੀ ਹੈ ਨਾ, ਇਹਦੇ ਵਾਸਤੇ ਇਹ ਲੋਕਾਂ ਤੱਕ ਪਹੁੰਚੇ ਜੀ, ਇਹਦੇ ਵਾਸਤੇ ਤੁਸੀਂ ਕੀ ਕਰਦੇ? ਸਾਡੇ ਕੋਲ ਮਿੱਠਾ ਸਿੰਘ ਜੀ ਵੇਖੋ, ਇੱਕ ਤੇ ਲੁਧਿਆਣੇ ਸਾਡਾ ਜਿਹੜਾ ਵੱਡਾ ਕੈਂਪਸ ਹੈ, ਮੇਨ ਕੈਂਪਸ ਜੀ, ਉੱਥੇ ਅਸੀਂ ਆਪਣੀਆਂ ਪੁਸਤਕਾਂ ਜਿਹੜੀਆਂ ਹੈ ਉਹ ਵਿਕਰੀ ਵਾਸਤੇ ਰੱਖੀਆਂ ਹੋਈਆਂ। ਠੀਕ ਹੈ। ਇਹਦੇ ਤੋਂ ਇਲਾਵਾ ਜਿਹੜਾ ਹੈ ਉਹ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਹੈਗੇ ਨੇ। ਸਾਡਾ ਸਾਹਿਤ ਜਿਹੜਾ ਉੱਥੇ ਵੀ ਉਪਲਬਧ ਆ। ਜਿਵੇਂ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦਾ ਇੱਕ ਬੂਹ ਜਿਹੜਾ ਤਰਨਤਾਰਨ ਆਪਣਾ ਜ਼ਿਲ੍ਹਾ, ਉੱਥੇ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਜੀ। ਸਾਡਾ ਤਲਵਾੜੇ ਦੇ ਕੋਲ ਆ, ਸਾਡਾ ਬਰਨਾਲੇ ਦੇ ਵਿੱਚ ਆ, ਸਾਡੇ ਖੇਤਰੀ ਖੋਜ ਤੇ ਸਿਖਲਾਈ ਕੇਂਦਰ ਨੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਉਹਨਾਂ ਨਾਲ ਸਾਡਾ ਸੰਪਰਕ ਆ। ਤੇ ਨਾਲ ਦੇ ਨਾਲ ਜਦੋਂ ਅਸੀਂ ਸਾਲ ਦੇ ਵਿੱਚ ਇਸ ਵਾਰੀ ਤੇ ਚਲੋ ਆ ਕਰੋਨਾ ਵਾਇਰਸ ਕਰਕੇ ਮਾਰਚ ਦਾ ਮੇਲਾ ਨਹੀਂ ਲੱਗ ਸਕਿਆ, ਅਸੀਂ ਆਪਣੇ ਮੇਲਿਆਂ ਦੇ ਵਿੱਚ ਵੀ ਜਿਹੜਾ ਨਾ ਇਹ ਸਾਹਿਤ ਜਿਹੜਾ ਉਹ ਸਾਰਾ ਲੈ ਕੇ ਜਾਂਦੇ ਆ, ਤਾਂ ਕਿ ਉੱਥੇ ਕਿਸਾਨ ਬਹੁਤ ਜਿਹੜੀ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਤੇ ਉਹ ਜਿਹੜਾ ਵਾ ਉੱਥੋਂ ਸਾਹਿਤ ਪ੍ਰਾਪਤ ਕਰ ਸਕਦੇ ਆ ਤੇ ਗਾਂ ਆਪਣੇ ਘਰੋਂ ਘਰ ਜਿਹੜਾ ਲਿਜਾ ਸਕਦੇ ਆ। ਇਹ ਤੋਂ ਇਲਾਵਾ ਜੇ ਕੋਈ ਜ਼ਿਮੀਂਦਾਰ ਸਾਡੇ ਕੋਲੋਂ ਸਾਹਿਤ ਮੰਗਾਉਣਾ ਚਾਹੇ ਜੀ, ਤੇ ਅਸੀਂ ਜਿਹੜਾ ਵਾ ਇਹ ਸਹੂਲਤ ਵੀ ਦਿੰਦੇ ਆ ਕਿ ਤੁਸੀਂ ਸਾਨੂੰ ਪੈਸੇ ਭੇਜ ਦਿਓ। ਬਸ ਆਹੀ ਗੱਲ ਮੇਰੇ ਜੇਬ ਦੇ ਵਿੱਚ ਘੁੰਮਦੀ ਸੀ ਵੀ ਹੁਣ ਤੁਸੀਂ ਸਾਰਾ ਕੁਝ ਤਾਂ ਕਰਦੇ, ਇੰਨਾ ਕੁਝ ਕਰਦੇ ਹੋ, ਕਿਸੇ ਨੂੰ ਨਹੀਂ ਪਤਾ ਹੁੰਦਾ ਹੈ ਕਿਹੜੇ ਦਫ਼ਤਰ 'ਚ ਕਿੱਥੇ ਆ ਜਾਂ ਕਿੱਥੇ ਆ। ਅਸੀਂ ਹੁਣ ਜੇ ਤੁਹਾਡੇ ਕੋਲੋਂ ਮੰਗਾਉਣਾ ਆ ਪੈਸੇ, ਤੁਸੀਂ ਦੱਸਿਆ ਵੀ ਜਿਹੜੀ ਕੀਮਤ ਬੜੀ ਚੌਧਰੀ ਸਾਹਿਬ ਵਾਜਬ ਰੱਖੀ ਹੈ ਇਹਨਾਂ ਨੇ ਜੀ, ਤੇ ਉਹ ਕਿੰਨੀ ਕੁ ਕੀਮਤ ਹੋਊਗੀ ਉਹ ਤਾਂ ਹੁਣ ਤੁਹਾਡੇ ਨਾਲ ਜਦੋਂ ਕੋਈ ਚਿੱਠੀ ਪੱਤਰ ਕਰਾਂਗੇ ਤਾਂ ਪਤਾ ਲੱਗੂਗਾ। ਅਸੀਂ ਤੁਹਾਨੂੰ ਉਹ ਪੈਸੇ ਕਿਵੇਂ ਭੇਜਣੇ ਆ ਜਿਹੜਾ ਤੁਹਾਡਾ ਸਾਹਿਤ ਮੰਗਾਉਣ ਲਈ? ਵੇਖੋ ਜੀ, ਇੱਕ ਤਾਂ ਮੈਂ ਸਾਹਿਤ ਸੰਬੰਧੀ ਤੁਹਾਨੂੰ ਇਹ ਕਹਿਣਾ ਵੀ ਸਾਡੀ ਕੋਈ ਵੀ ਜਿਹੜੀ ਮਹਿੰਗੀ ਤੋਂ ਮਹਿੰਗੀ ਕਿਤਾਬ ਵੀ ਆ ਉਹ ਵੀ 100 ਰੁਪਏ ਦੀ ਆ, ਬਾਕੀ ਸਾਰੀਆਂ ਉਹ ਤੋਂ ਘੱਟ ਹੀ ਨੇ। ਬੋਲੋ ਕੁਝ ਵੀ ਨਹੀਂ ਵੇਚਦੇ, ਮੁਫਤ ਦੇ ਭਾਅ ਆ ਜੀ। ਤੇ ਉਹ ਵੀ ਤੁਸੀਂ ਵੇਖੋ ਜਿਹੜੀ ਉਹ 100 ਰੁਪਏ ਵਾਲੀ ਕਿਤਾਬ, ਉਹਦੇ 'ਚ ਤੁਹਾਨੂੰ ਸਾਰੇ ਡੰਗਰ ਬੱਚੇ ਸੰਬੰਧੀ ਜਿਹੜੀ ਸੂਝ ਮਿਲ ਜਾਂਦੀ ਹੈ। ਕੀ ਬਾਤ ਆ, ਹੋਰ ਕੀ ਲੈਣਾ ਰੱਬ ਤੋਂ। ਕੀ ਬਾਤ ਆ। ਅੱਛਾ, ਤੇ ਇਹ ਆਪਣਾ ਡਾਕਟਰ ਸਾਹਿਬ ਇਹ ਜਿਹੜਾ ਤੁਸੀਂ ਦੱਸਿਆ ਆ ਇਹ ਲੁਧਿਆਣੇ ਸ਼ਹਿਰ ਵਾਸਤੇ ਆ, ਤੇ ਬਾਹਰੋਂ ਜਿਹੜੇ ਮੰਗਾਉਂਦੇ ਆ ਹੈ ਨਾ, ਇਕੱਲੇ ਉੱਥੇ 'ਚ ਹੈ ਹੀ ਨਹੀਂ, ਸਾਡੇ ਜ਼ਿਮੀਂਦਾਰ ਤੇ ਸਮੂਚੇ ਸੂਬੇ 'ਚ ਹੀ ਆ, ਉਹਨਾਂ ਲਈ ਵੀ ਕੋਈ ਖਾਸ ਢੰਗ ਆ, ਉਹਨਾਂ ਲਈ ਕੋਈ ਪੈਸੇ ਜ਼ਿਆਦਾ ਜੁਦਾ ਤੇ ਨਹੀਂ ਜੀ, ਉਹਨੇ ਹੀ ਪੈਸੇ ਲੱਗਣੇ ਆ। ਉਹਨਾਂ ਨੇ ਸਿਰਫ ਇਹ ਆ ਵੀ ਸਾਡੇ ਇੱਕ ਜੀ ਦਫ਼ਤਰ ਆ ਕੰਪਟਰੋਲਰ ਸਾਹਿਬ ਦਾ। ਅੱਛਾ ਜੀ। ਕੰਪਟਰੋਲਰ ਜਿਹੜਾ ਵਾ ਉਹ ਗਡਵਾਸੂ ਲਿਖ ਕੇ ਲੁਧਿਆਣਾ, ਕੰਪਟਰੋਲਰ ਗਡਵਾਸੂ ਲੁਧਿਆਣੇ ਦਾ ਜਿਹੜਾ ਵਾ ਉਹਨਾਂ ਨੇ ਇੱਕ ਡਰਾਫਟ ਬਣਾ ਕੇ ਤੇ ਸਾਨੂੰ ਭੇਜ ਦੇਣਾ ਤੇ ਨਾਲ ਆਪਣਾ ਸਰਨਾਮਾ ਭੇਜ ਦੇਣ। ਅਸੀਂ ਜਿਹੜਾ ਵਾ ਉਹਨਾਂ ਨੂੰ ਕਿਤਾਬ ਜਿਹੜੀ ਆ ਉਹਨਾਂ ਦੇ ਸਰਨਾਮੇ ਤੇ ਪੁੱਜਦੀ ਕਰ ਦੇਣੀ ਹੈ। ਜਿਹੋ ਜੀ ਲੋੜ ਆ ਉਹਨਾਂ ਨੂੰ, ਉਹ ਸਾਡਾ ਰਸਾਲਾ ਵੀ ਛਪਦਾ ਜੀ, ਸਾਡੀਆਂ ਕਿਤਾਬਾਂ ਵੀ ਛਪਦੀਆਂ ਨੇ, ਉਹ ਜਿਹੋ ਜੀ ਲੋੜ ਆ। ਇੱਥੋਂ ਤੱਕ ਕਿ ਸਾਡੀ ਵੈਬਸਾਈਟ ਜਿਹੜੀ ਆ www.gadvasu.in ਉੱਥੇ ਵੀ ਜਿਹੜਾ ਵਾ ਉਹ ਜੇ ਵੇਖੋ ਅੱਜ ਕੱਲ੍ਹ ਫੋਨ ਸਾਰਿਆਂ ਦੇ ਕੋਲ ਹੈਗਾ, ਸਾਰਿਆਂ ਕੋਲ ਇੰਟਰਨੈਟ ਤੇ ਇੰਨਾ ਕੁ ਲਿਖਿਆ ਸਾਰਾ ਉੱਥੋਂ ਵੇਰਵਾ ਨਿਕਲ ਆਉਂਦਾ। ਤੁਹਾਨੂੰ ਜਿਹੜੀ ਪੁਸਤਕ ਚਾਹੀਦੀ ਆ ਉਹਦੀ ਅੱਗੇ ਕੀਮਤ ਵੀ ਲਿਖੀ ਆ,
ਉਹ ਜਿਹਨੂੰ ਜਿਹੋ ਜਿਹੀ ਲੋੜ ਆ, ਜਿਹੜੀ ਪੁਸਤਕ ਚਾਹੀਦੀ ਆ, ਉਹੋ ਜਿਹੀ ਮੰਗਾ ਸਕਦਾ। ਹਾਂ, ਬਹੁਤ ਵਧੀਆ ਗੱਲ ਕਰਦੇ ਆ ਮਿੱਠਾ ਸਿੰਘ ਜੀ ਇਹ ਆ ਵੀ ਹੁਣ ਆਪਣੇ ਪੰਜਾਬ ਤੋਂ ਬਾਹਰ ਵੀ ਕਈ ਇੰਨੇ ਸ਼ੌਕੀਨ ਆ ਲਵੇਰੇ ਰੱਖਣ ਦੇ ਜਾਂ ਹੋਰ ਜਿਹੜੀਆਂ ਵੀ ਚੀਜ਼ਾਂ ਸੰਬੰਧਿਤ ਆ ਲਵੇਰਿਆਂ ਨਾਲ, ਬੱਕਰੀ ਹੋ ਗਈ, ਹੋਰ ਹੋ ਗਿਆ, ਪਸ਼ੂ ਹੋ ਗਏ ਜੀ। ਉਹ ਹੁਣ ਇੰਨੇ ਜ਼ਿਆਦਾ ਪੰਜਾਬੀ ਦੇ ਮਾਹਿਰ ਨਹੀਂ ਹੁੰਦੇ, ਨਹੀਂ ਪੜ੍ਹ ਸਕਦੇ। ਜੀ, ਜੀ। ਤੋਂ ਬੱਚੇ ਨਾ ਮੈਂ ਤੁਹਾਨੂੰ ਅੱਜ ਇਹ ਕਰਦਾ ਵੀ ਤੁਸੀਂ ਇਹਨੂੰ ਪੰਜਾਬੀ 'ਚ ਹੀ ਛਾਪਦੇ ਹੋ, ਇਹ ਜਿਹੜੇ ਰਸਾਲੇ ਹੋਰ ਤੁਹਾਡਾ ਲਿਟਰੇਚਰ ਆ, ਜਾਂ ਕਿ ਦੂਸਰੀ ਕਿਸੇ ਜ਼ੁਬਾਨ ਦੇ ਵਿੱਚ ਵੀ ਛਾਪਦੇ ਹੋ? ਹਾਂ, ਚੌਧਰੀ ਸਾਹਿਬ ਨੇ ਵੀ ਬਹੁਤ ਵਧੀਆ ਗੱਲ ਪੁੱਛੀ। ਬਿਲਕੁਲ ਜੀ, ਵੇਖੋ ਸਾਡਾ ਵੰਨ-ਸੁਵੰਨਤਾ ਵਾਲਾ ਮੁਲਕ ਆ, ਵੱਖੋ ਵੱਖਰੀਆਂ ਜ਼ਬਾਨਾਂ ਨੇ। ਜੀ ਜੀ ਜੀ। ਤੇ ਇਹਦੇ 'ਚ ਚੌਧਰੀ ਸਾਹਿਬ ਇੰਝ ਆ ਕਿ ਅਸੀਂ ਮੁੱਖ ਤੌਰ ਤੇ ਜਿਹੜੀਆਂ ਸਾਡੀਆਂ ਕਿਤਾਬਾਂ ਨੇ ਜੀ, ਉਹ ਲਗਭਗ 18 ਕੁ ਸਾਡੀਆਂ ਪੁਸਤਕਾਂ ਜਿਹੜੀਆਂ ਅਸੀਂ ਪੰਜਾਬੀ 'ਚ ਪ੍ਰਕਾਸ਼ਿਤ ਕਰਦੇ ਹਾਂ, ਵਾਹ, ਜਿਹਦੇ ਵਿੱਚ ਡੇਅਰੀ ਸੰਬੰਧੀ ਆ, ਬੱਕਰੀ ਪਾਲਣ ਸੰਬੰਧੀ, ਸੂਰ ਪਾਲਣ ਸੰਬੰਧੀ, ਆਪਣੇ ਤੁਹਾਡੀਆਂ ਮੱਛੀਆਂ ਪਾਲਣ ਸੰਬੰਧੀ, ਇਹਨਾਂ ਦੀ ਖੁਰਾਕ ਸੰਬੰਧੀ, ਵੱਖੋ ਵੱਖਰੇ ਜਿਹੜੇ ਦੇਸੀ ਟੋਟਕੇ ਆ ਆਪਾਂ ਘਰਾਂ ਦੇ ਵਿੱਚ ਜਿਹੜੇ ਵਰਤ ਸਕਦੇ ਹਾਂ, ਲਗਭਗ 18 ਕੁ ਸਾਡੀਆਂ ਪੁਸਤਕਾਂ ਜਿਹੜੀਆਂ ਅਸੀਂ ਪੰਜਾਬੀ 'ਚ ਛਾਪਦੇ ਹਾਂ। ਸਾਡੀਆਂ 5-6 ਪੁਸਤਕਾਂ ਜਿਹੜੀਆਂ ਜੀ ਉਹ ਅਸੀਂ ਅੰਗਰੇਜ਼ੀ 'ਚ ਵੀ ਛਾਪਦੇ ਹਾਂ। ਅੱਛਾ। ਕਿ ਜੇ ਕੋਈ ਅੰਗਰੇਜ਼ੀ ਦੇ ਵਿੱਚ ਕੋਈ ਮਾਹਰ ਆ, ਕਈ ਵਾਰੀ ਸਾਡੇ ਇਹੋ ਜਿਹੇ ਵੀ ਸੱਜਣ ਇੱਥੇ ਆਏ ਨੇ ਜਿਹੜੇ ਬਾਹਰ ਗਏ, ਮੁੜ ਕੇ ਮਿੱਟੀ ਦਾ ਮੋਹ ਜਾ ਗਿਆ, ਵਾਪਸ ਆ ਗਏ। ਕੀ ਬਾਤ ਹੈ। ਉਹਨਾਂ ਨੇ ਡੇਅਰੀ ਫਾਰਮ ਆ ਕੇ ਸ਼ੁਰੂ ਕੀਤੇ। ਵਾਹ। ਇਹੋ ਜਿਹੇ ਸੱਜਣਾਂ ਵਾਸਤੇ ਅਸੀਂ ਅੰਗਰੇਜ਼ੀ ਛਾਪਦੇ ਹਾਂ, ਸਾਹਿਤ ਦਾ ਫਾਇਦਾ ਲਿਆ। ਜੀ। ਤੇ ਅਸੀਂ ਕੁਝ ਪੁਸਤਕਾਂ ਜਿਹੜੀਆਂ ਜੀ ਨਾਲ ਦੇ ਨਾਲ, ਕਿਉਂਕਿ ਸਾਡੇ ਕੋਲ ਰਾਜਸਥਾਨ ਤੋਂ, ਹਿਮਾਚਲ ਪ੍ਰਦੇਸ਼ ਤੋਂ, ਹਰਿਆਣੇ ਤੋਂ, ਉੱਥੋਂ ਵੀ ਕਿਸਾਨ ਜਿਹੜੀ ਆ ਉਹ ਫਰਮਾਇਸ਼ ਕਰਦੇ ਆ, ਤੇ ਅਸੀਂ ਉਹਨਾਂ ਵਾਸਤੇ ਕੁਝ ਪੁਸਤਕਾਂ ਜਿਹੜੀਆਂ ਜ਼ਿਆਦਾ ਲੋੜ ਦੇ ਵਿੱਚ ਪੈਂਦੀਆਂ ਵਾ, ਕਿ ਪਸ਼ੂਆਂ ਦਾ ਪ੍ਰਜਨਨ ਪ੍ਰਬੰਧ ਆ, ਜਿਵੇਂ ਇਹੋ ਜਿਹੀਆਂ ਪੁਸਤਕਾਂ ਜਿਹੜੀਆਂ ਉਹ ਅਸੀਂ ਹਿੰਦੀ ਦੇ ਵਿੱਚ ਵੀ ਛਾਪਦੇ ਹਾਂ। ਜਿਸ ਤਰੀਕੇ ਦੀ ਵੀ ਲੋੜ ਹੋਏ ਉਹ ਸਾਡਾ ਕਿਸਾਨ ਵੀਰ ਸਾਡੇ ਨਾਲ ਸੰਪਰਕ ਕਰਕੇ ਜਿਹੜੀ ਆ ਉਹ ਲੈ ਸਕਦਾ। ਵਾਹ ਵਾਹ ਤਾਂ ਜੀ, ਬੱਲੇ ਬਹੁਤ ਵਧੀਆ, ਬਹੁਤ ਵਧੀਆ ਗੱਲ ਹੈ ਜੀ। ਦੇਖੋ, ਪੰਜਾਬੀ 'ਚ ਤੁਸੀਂ ਛਾਪਤੀ ਜੀ, ਅੰਗਰੇਜ਼ੀ 'ਚ ਤੁਸੀਂ ਛਾਪਤੀ ਜੀ, ਹਿੰਦੀ 'ਚ ਤੁਸੀਂ ਛਾਪਤੀ ਜੀ, ਹੈ ਨਾ। ਫਿਰ ਉਹ ਮੰਗ ਦੇ ਹਿਸਾਬ ਨਾਲ ਹੋ ਜਾਂਦੀ ਹੋਣੀ ਆ ਵੀ ਜਦੋਂ ਜ਼ਿਆਦਾ ਮੰਗ ਹੋਏਗੀ ਉਦੋਂ ਫਿਰ ਜ਼ਿਆਦਾ ਕਿਤਾਬਾਂ ਛਾਪ ਦਿਓਗੇ। ਬਿਲਕੁਲ ਜੀ, ਬਿਲਕੁਲ। ਜਿੰਨੀ ਲੋੜ ਹੁੰਦੀ ਜੀ ਅਸੀਂ ਪਹਿਲਾਂ ਹੀ ਅਗਾਊਂ ਛਪਾ ਕੇ ਰੱਖਦੇ ਹਾਂ, ਤੇ ਜਿਹੋ ਜੀ ਲੋੜ ਹੁੰਦੀ ਆ ਸਾਡੇ ਕੋਲ ਹੁੰਦਾ ਸਾਰਾ ਕੁਝ ਹੀ ਹੁੰਦਾ। ਠੀਕ ਹੈ। ਇੱਕ ਗੱਲ ਨਿੱਕੀ ਜਿਹੀ ਹੋਰ ਪੁੱਛੋ ਮਹਾਰਾਜ ਜੀ। ਇਹ ਜਿਹੜਾ ਇਜ਼ਾਫਾ ਵੀ ਹੋ ਰਿਹਾ, ਇਹ ਤੇ ਜਿਹੜੀ ਮੰਗ ਜਿਹੜੀ ਸਾਹਿਤ ਦੀ, ਤੁਸੀਂ ਕਿਤਾਬਾਂ ਛਾਪਦੇ ਹੋ, ਰਸਾਲੇ ਛਾਪਦੇ ਹੋ, ਇਜ਼ਾਫਾ ਹੋ ਰਿਹਾ ਡੇ ਬਾਈ ਡੇ। ਇਹ 'ਚ ਵੇਖੋ ਜੀ, ਖੁਸ਼ੀ ਵਾਲੀ ਗੱਲ ਤੁਹਾਨੂੰ ਮੈਂ ਇਹ ਦੱਸਾਂ ਕਿ ਅਸੀਂ 2 ਕਿਤਾਬਾਂ ਨੂੰ ਸ਼ੁਰੂ ਕੀਤਾ ਸੀਗਾ। ਅੱਛਾ, ਠੀਕ ਹੈ ਜੀ। ਤੇ ਹੁਣ ਅਸੀਂ ਇਸ ਵੇਲੇ ਲਗਭਗ ਜਿਹੜਾ ਉਹ 30 ਕਿਤਾਬਾਂ ਜਿਹੜੀਆਂ ਉਹ ਛਾਪ ਰਹੇ ਆ। ਕੀ ਬਾਤ। ਤੇ ਨਾਲ ਦੇ ਨਾਲ ਇਹ ਆ ਕਿ ਉਹ ਕਿਤਾਬਾਂ ਦੀ ਗਿਣਤੀ ਵੀ ਸਾਡੀ ਜਿਹੜੀ ਆ ਲਗਾਤਾਰ ਹਜ਼ਾਰਾਂ ਦੇ ਵਿੱਚ ਜਿਹੜੀ ਵੱਧਦੀ ਆ, ਕਿਉਂਕਿ ਕਿਸਾਨਾਂ ਦੇ ਵਿੱਚ ਜਾਗਰੂਕਤਾ ਆਉਂਦੀ ਹੈ। ਜਦੋਂ ਪਤਾ ਲੱਗਦਾ ਕੋਈ ਸਾਡੇ ਕੋਲ ਜੇ ਸਿਖਲਾਈ ਲੈਣ ਆਉਂਦਾ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ, ਵੇਖੋ ਸਿਖਲਾਈ, ਹੁਣ ਮੈਂ ਤੁਹਾਡੇ ਨਾਲ ਘੜੀ ਬੈਠਾ ਤੇ ਗੱਲਾਂ ਬਾਤਾਂ ਹੋਈਆਂ, ਕੱਲ ਨੂੰ ਵਿਸਰ ਜਾਣੀਆਂ, ਕੋਈ ਹੋਰ ਇੱਥੇ ਆਉਣਗੇ ਸੱਜਣ ਤੇ ਤੁਹਾਨੂੰ ਉਹਨਾਂ ਨੇ ਗੱਲਾਂ ਯਾਦ ਆ ਜਾਣੀਆਂ। ਪਰ ਜੇ ਸਾਹਿਤ ਆ ਜਿਹੜਾ ਕਿਤਾਬਬੱਧ ਰੂਪ ਦੇ ਵਿੱਚ ਤੁਹਾਡੇ ਘਰ ਚਲ ਗਿਆ, ਜਦੋਂ ਮਰਜ਼ੀ ਪਰਤੋ, ਜਦੋਂ ਮਰਜ਼ੀ ਵੇਖੋ ਵੀ ਇਸ ਚੀਜ਼ ਦੀ ਕੀ ਲੋੜ ਆ, ਮੈਂ ਪਸ਼ੂ ਨੂੰ ਖੁਰਾਕ ਦੇਣੀ ਆ, ਆਹ ਘਾਟ ਲੱਗਦੀ ਆ, ਜਾਂ ਆਹ ਇਹ 'ਚ ਕਸਰ ਆ ਗਈ ਆ, ਕਿਵੇਂ ਇਲਾਜ ਕੀਤਾ ਜਾ ਸਕਦਾ ਹੈ, ਜਿਹੜਾ ਘਰ ਦੇ ਦੇਸੀ ਟੋਟਕੇ ਆ ਜਾਂ ਇਹੋ ਜਿਹੀਆਂ ਚੀਜ਼ਾਂ ਨਾਲ, ਉਸ ਵੇਲੇ ਤੁਹਾਨੂੰ ਸਾਰਾ ਕੁਝ ਜਿਹੜਾ ਉੱਥੇ ਮਿਲ ਜਾਊਗਾ, ਮਿਲ ਜਾਂਦਾ ਜੀ। ਅੱਛਾ, ਆਪਣਾ ਡਾਕਟਰ ਸਾਹਿਬ ਜੀ, ਉਹ ਇੱਕ ਤੇ ਹੁੰਦੀ ਆ ਨਾ ਵੀ ਕਿਤਾਬਾਂ ਤੁਸੀਂ ਛਾਪ ਦਿੰਦੇ ਆ ਵੀ ਜਦੋਂ ਮਰਜ਼ੀ ਪੜ੍ਹ ਲਈਏ। ਜੀ ਜੀ। ਇੱਕ ਇਹ ਹੁੰਦਾ ਵੀ ਸਾਡੇ ਕੰਮ ਜਿਹੜੇ ਆ ਉਹ ਮੌਸਮ ਦੇ ਅਨੁਸਾਰ ਵੀ ਹੁੰਦੇ ਆ। ਬਿਲਕੁਲ ਜੀ, ਬਿਲਕੁਲ। ਠੀਕ ਆ, ਮਹੀਨਿਆਂ ਦੇ ਅਨੁਸਾਰ ਹੁੰਦੇ ਆ। ਜੀ ਜੀ। ਕੰਮ ਤੇ ਕੁਝ ਸੂਣ ਵੇਲੇ ਪਸ਼ੂ ਦਾ ਕਿਵੇਂ ਧਿਆਨ ਰੱਖਣਾ, ਜਾਂ ਕੁਝ ਬੱਕਰੀਆਂ ਦਾ ਧਿਆਨ ਕਿਵੇਂ ਰੱਖਣਾ, ਜਾਂ ਇਹਨਾਂ ਮਹੀਨਿਆਂ 'ਚ ਕਿਵੇਂ ਰੱਖਣਾ। ਜੀ ਜੀ। ਮੇਰੀ ਚਾਚੇ ਮੈਂ ਇੱਕ ਰਸਾਲਾ ਪੜ੍ਹਿਆ ਸੀ, ਤੁਸੀਂ ਰਸਾਲਾ ਵੀ ਛਾਪਦੇ ਹੋ? ਜੀ, ਰਸਾਲਾ ਵੀ ਛਾਪਦੇ ਹਾਂ। ਉਹਦੇ ਬਾਰੇ ਸਾਡੇ ਜਿਹੜੇ ਪਸ਼ੂ ਪਾਲਕ ਵੀਰ ਆ ਉਹ ਜਰਾ ਵਿਸਤਾਰ ਨਾਲ ਦੱਸੋ ਜੀ। ਇੱਥੇ ਮਿੱਠਾ ਸਿੰਘ ਜੀ ਇਹ ਆ ਕਿ ਅਸੀਂ ਆਪਣਾ ਰਸਾਲਾ ਛਾਪਦੇ ਹਾਂ ਵਿਗਿਆਨਕ ਪਸ਼ੂ ਪਾਲਣ ਦੇ ਨਾਂ ਹੈ। ਆ ਜਿਹੜਾ ਤੁਸੀਂ ਜੀ ਮੈਂ ਨਾਲ ਵੀ ਲਿਆਂਦਾ ਵਾ, ਮੈਂ ਦੇਖ ਲਿਆ ਜੀ। ਤੇ ਵਿਗਿਆਨਕ ਪਸ਼ੂ ਪਾਲਣ ਜਿਹੜਾ ਰਸਾਲਾ ਹੈ ਉਹਦੇ ਵਿੱਚ ਅਸੀਂ 12 ਮਹੀਨੇ ਛਾਪਦੇ ਹਾਂ। ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਜਿਹੜਾ ਮੌਸਮ ਆ ਜੀ ਉਹਦੇ ਮੁਤਾਬਕ ਜਿਹੜੀਆਂ ਪਸ਼ੂ ਦੀਆਂ ਲੋੜਾਂ ਨੇ ਕਿਸੇ ਵੀ ਤਰੀਕੇ ਦੀਆਂ, ਗਾਂ, ਮੱਝ, ਬੱਕਰੀ ਜਿਹੜੀ ਆ, ਉਹਨਾਂ ਦੇ ਨਾਲ ਜਿਹੜਾ ਵਾ ਉਹ ਅਸੀਂ ਸਾਰਾ ਕੁਛ ਜਿਹੜਾ ਵਾ ਉਹ ਮੁਹੱਈਆ ਕਰਵਾ ਸਕੀਏ ਕਿਸਾਨ ਨੂੰ, ਤਾਂ ਕਿ ਕਿਸਾਨ ਨੂੰ ਜਿਹੋ ਜਿਹੀਆਂ ਲੋੜਾਂ ਨੇ ਜੀ ਉਹਦੇ ਮੁਤਾਬਕ ਉਹ ਚੋਂ ਉਹ ਸਿੱਖ ਮੱਤ ਜਿਹੜੀ ਲੈ ਸਕੇ। ਫਿਰ ਕਈ ਵਾਰੀ ਅਸੀਂ ਇਹ 'ਚ ਵਿਸ਼ੇਸ਼ ਅੰਕ ਵੀ ਕੱਢਦੇ ਹਾਂ। ਕਈ ਵਾਰੀ ਸਾਨੂੰ ਸਾਡਾ ਪਸ਼ੂ ਪਾਲ ਕਹਿੰਦਾ ਜੀ ਵੀ ਸਾਨੂੰ ਇੱਕ ਥਾਂ ਦੇ ਉੱਤੇ ਇਹ ਸੰਗ੍ਰਹਿ ਬਣਾ ਕੇ ਦੇ ਦਿਓ, ਕੁੰਭ ਬਣਾ ਦਿਓ ਸਾਨੂੰ। ਸਹੀ ਗੱਲ ਹੈ, ਕੁੰਭ ਬਣਾ ਦਿਓ। ਅਸੀਂ ਉਹਦੇ 'ਚ ਉਹਦਾ ਕੀ ਪ੍ਰਜਨਨ ਕਿਹੋ ਜਿਹਾ ਹੋਣਾ ਚਾਹੀਦਾ, ਉਹਦੀ ਖੁਰਾਕ ਕਿਹੋ ਜਿਹੀ ਹੋਣੀ ਚਾਹੀਦੀ ਆ, ਉਹਦੀ ਸੰਭਾਲ ਆਪਾਂ ਕਿਵੇਂ ਕਰਨੀ ਆ, ਕਿਹੜੇ ਮੌਸਮ ਦੇ ਵਿੱਚ ਕਿਹੋ ਜਿਹੀਆਂ ਤਬਦੀਲੀਆਂ ਆਉਣੀਆਂ ਚਾਹੀਦੀਆਂ, ਅਸੀਂ ਇਹੋ ਜਿਹੇ ਵਿਸ਼ੇਸ਼ ਅੰਕ ਜਿਹੜੇ ਉਹ ਵੀ ਕੱਢਦੇ ਹਾਂ। ਤੇ ਫਿਰ ਅਸੀਂ ਇਹਦੀ ਵੀ ਕੀਮਤ, ਮੈਂ ਜਿਵੇਂ ਪਹਿਲਾਂ ਦੱਸਿਆ, ਬੜੀ ਵਾਜਬ ਰੱਖੀ ਹੋਈ ਆ। ਇਹ 25 ਰੁਪਏ ਦੇ ਵਿੱਚ ਜਿਹੜਾ ਵਾ 1 ਮਹੀਨੇ ਦਾ ਹੈਗਾ। ਤੇ ਜੇ ਕੋਈ ਸਾਡਾ ਪਸ਼ੂ ਪਾਲਕ ਵੀਰ ਇਹਨੂੰ
ਸਾਲ ਵਾਸਤੇ ਲਵਾਉਣਾ ਚਾਹੀਦਾ ਹਾਂਜੀ ਹਾਂਜੀ ਤੇ ਅਸੀਂ 250 ਰੁਪਏ ਦੇ ਵਿੱਚ ਉਹਦੇ ਘਰ ਪੁੱਜਦਾ ਕਰ ਦਿੰਦੇ ਆ ਮਤਲਬ 50 ਰੁਪਏ ਛੂਟ ਜੀ 50 ਰੁਪਏ ਛੋਟ ਤੇ ਜੇ ਆਪਣਾ ਡਾਕਟਰ ਸਾਹਿਬ ਜੀ। ਜੀ ਮੰਨ ਲਓ ਮੈਂ ਕਹਿੰਦਾ ਵੀ ਮੈਂ ਸਾਰੀ ਉਮਰ ਲਈ ਲਵਾਉਣਾ ਜੀ 8 ਸਾਲ ਜੀ ਜੀ ਇਹ ਵੀ ਕੰਮ ਹੋ ਸਕਦਾ ਇਹ ਜੀ ਅਸੀਂ ਜੀਵਨ ਚੰਦਾ ਜਿਹੜਾ ਹੈ ਉਹ 15 ਸਾਲ ਵਾਸਤੇ ਜਿਹੜਾ ਰੱਖਿਆ ਹੋਇਆ ਅੱਛਾ ਜੀ। ਉਹਦਾ ਸਿਰਫ ਅਸੀਂ 2500 ਰੁਪਈਆ ਲੈਨੇ ਆ ਬਹੁਤ ਤੇ ਜਿਹੜੀਆਂ ਸੰਸਥਾਵਾਂ ਹੈ ਉਹਨਾਂ ਵਾਸਤੇ 3500 ਰੁਪਏ ਲੈਨੇ ਆ ਮੈਂ ਚਲੋ ਆਇਆ ਹੁਣ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਵੀ ਗੱਲ ਕਹਿ ਜਾਣਾ ਵੀ ਸਾਡੀਆਂ ਸਾਰੀਆਂ ਪੰਚਾਇਤਾਂ ਨੂੰ ਚਾਹੀਦਾ ਹੈ ਸਾਡੀਆਂ ਸੰਸਥਾਵਾਂ ਨੂੰ ਚਾਹੀਦਾ ਹੈ ਜੀ ਕਿ ਵੇਖੋ ਇੱਕ ਥਾਂ ਤੇ ਜਿਹੜਾ ਇਹ ਗਿਆਨ ਰੱਖਿਆ ਉਹ ਕਈ ਹੱਥਾਂ 'ਚ ਜਦੋਂ ਪਰਤ ਕੇ ਚੱਲਣਾ ਵਾ ਤਾਂ ਪਤਾ ਨਹੀਂ ਕਿੰਨਿਆਂ ਨੂੰ ਜਿਹੜਾ ਉਹਦਾ ਫਾਇਦਾ ਹੋਣਾ ਬਹੁਤ ਜੀ ਮੈਂ ਤੁਹਾਨੂੰ ਦੱਸਦਾ ਮੈਂ ਜਦੋਂ ਕਾਕੇ ਕੋਲ ਸ਼ਹਿਰ ਜਾਂਦਾ ਨਾ ਜੀ ਕਈ ਮੈਂ ਦੁਕਾਨਾਂ ਤੇ ਜਾਣਾ ਉਹ ਕਈ ਇਹੋ ਜਿਹੀਆਂ ਦੁਕਾਨਾਂ ਹੁੰਦੀਆਂ ਜਿਹਦਾ ਸਾਹਿਤ ਨਾਲ ਸੰਬੰਧ ਨਹੀਂ ਹੁੰਦਾ ਜੀ ਪਰ ਉਹਨਾਂ ਨੇ ਉਹ ਰਸਾਲੇ ਰੱਖੇ ਹੁੰਦੇ ਆ ਦੁਕਾਨਾਂ ਤੇ ਰੱਖੇ ਵਾਰੋ ਇਹ ਠੀਕ ਵੀ ਗੱਲ ਕਈ ਹੈ ਵਾਰੀ ਕੀ ਹੁੰਦਾ ਗਾਹਕ ਆਇਆ ਵਿਹਲਾ ਬੈਠਾ ਵੀ ਅਜੇ ਵਾਰੀ ਆਉਣੀ ਆ ਜੀ, ਜੀ। ਤੇ ਉਹ ਚੁੱਕ ਕੇ ਰਸਾਲਾ ਪੜਨ ਲੱਗ ਜੀ ਪੈਂਦਾ ਜੀ ਤੇ ਉਹਨੂੰ ਕੋਈ ਨਾ ਕੋਈ ਤੇ ਜਾਣਕਾਰੀ ਮਿਲਦੀ ਆ ਨਾ ਮਿਲਦੀ ਆ ਬਿਲਕੁਲ ਮਿਲਦੀ ਆ ਹੈਨਾ ਬਿਲਕੁਲ ਇਸੇ ਤਰ੍ਹਾਂ ਜੇ ਅਸੀਂ ਆਪਣਾ ਸਾਰੇ ਪਿੰਡਾਂ ਦੇ ਵਿੱਚ ਪੰਚਾਇਤਾਂ ਲਵਾ ਲੈਣ ਤੇ ਆਪਣੇ ਉੱਥੇ ਪੰਚਾਇਤ ਘਰ 'ਚ ਹੀ ਰੱਖ ਲੈਣ ਜੀ ਤੇ ਜਦੋਂ ਕੋਈ ਆਉਂਦਾ ਜਾਂਦਾ ਇਹਦੇ ਤੇ ਝਾਤ ਮਾਰੇ ਜੀ ਹੈਨਾ ਜੀ ਤੇ ਇਹ ਤੁਸੀਂ ਵੀ ਇਹ ਜਿਹੜਾ ਰਸਾਲਾ ਆ ਹਰ ਮਹੀਨੇ ਜਿਹੜਾ ਛਾਪਦੇ ਆ ਮਿੱਠਾ ਸਿੰਘ ਜੀ ਗੱਲ ਇਹ ਆ ਵੀ ਦੇਖੋ ਕਿੰਨੇ ਖਰਚ ਪੰਚਾਇਤਾਂ ਕਰਦੀਆਂ ਕਿੰਨੇ ਉਹਨਾਂ ਕੋਲ ਪੈਸੇ ਹੁੰਦੇ ਆ ਕਿੰਨੇ ਫੰਡ ਹੁੰਦੇ ਆ ਜੀ ਜੀ ਇਹ ਤਾਂ ਬਹੁਤ ਥੋੜੇ ਪੈਸੇ ਆ ਆ ਜਿਹੜਾ ਰਸਾਲਾ ਲਾਉਣਾ ਤਾਂ ਕਿੰਨੇ ਨੇ ਤੁਸੀਂ ਕਿਹਾ ਵੀ ਸ਼ਹਿਰ ਜਾਈਏ ਤਾਂ ਉੱਥੇ ਬੈਠੇ ਹੁੰਨੇ ਆ ਤਾਂ ਅਚਾਨਕ ਨਜ਼ਰ ਪੈਂਦੀ ਆ ਤਾਂ ਅਸੀਂ ਪੜ੍ਹਨ ਲੱਗ ਪੈਂਦੇ ਆ ਤਾਂ ਪਿੰਡ ਦੇ ਵਿੱਚ ਤਾਂ ਪੰਚਾਇਤ ਘਰ ਦੇ ਵਿੱਚ ਬਹੁਤ ਲੋਕੀ ਆਉਂਦੇ ਆ ਬਹੁਤ ਲੋਕੀ ਆਂਦੇ ਆ ਅੱਛਾ ਆਪਣਾ ਡਾਕਟਰ ਸਾਹਿਬ ਜੀ ਉਹ ਜੀ ਇਹ ਫਿਰ ਬੰਦੇ ਜਿਹੜੇ ਆ ਸਾਹਿਤ ਤੁਹਾਡਾ ਲਿਖਦੇ ਆ ਜੀ ਹੈ ਤੁਸੀਂ ਮਤਲਬ ਮਾਹਰਾਂ ਤੋਂ ਲਿਖਾਉਂਦੇ ਆ ਜੀ 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 ਹੈਨਾ ਜੀ ਇਹ ਤੇ ਫਿਰ ਬਹੁਤ ਵੱਡੇ ਮਾਹਰ ਹੁੰਦੇ ਹੋਣਗੇ ਵੇਖੋ ਜੀ ਸਾਡੀ ਜਿਹੜੀ ਯੂਨੀਵਰਸਿਟੀ ਆ ਉੱਥੇ ਲਗਭਗ ਸਾਰੇ ਜਿਹੜੇ ਆ ਉਹ ਮਾਹਰ ਜਿਹੜੇ ਆ ਉਹ PhD ਨੇ ਕੀ ਬਾਤ ਜਿਹੜੇ ਕੋਈ ਨਵੇਂ ਸਾਡੇ ਅਸਿਸਟੈਂਟ ਪ੍ਰੋਫੈਸਰ ਆਉਂਦੇ ਕਿਉਂਕਿ 5 ਸਾਲ ਬਾਅਦ ਜਿਹੜਾ ਵਾ PhD ਕਰਨੀ ਹੁੰਦੀ ਆ 5 ਸਾਲ ਲੱਗ ਜਾਂਦੇ ਉਹਨਾਂ ਨੂੰ ਪਹਿਲਾਂ ਸੇਵਾ ਦਿੰਦੇ ਆ ਪਰ ਉਹਦੇ ਤੋਂ ਬਾਅਦ ਜਿਹੜੇ ਸਾਰੇ ਦੇ ਸਾਰੇ ਉਹਨਾਂ ਵਾਸਤੇ PhD ਕਰਨੀ ਜਿਹੜੀ ਲਾਜ਼ਮੀ ਹੋ ਜਾਂਦੀ ਆ ਵਾਹ ਤੇ ਉਹ ਇੱਕ ਖਾਸ ਵਿਸ਼ੇ ਦੇ ਉੱਤੇ ਕਰਦੇ ਆ ਤੇ ਤੁਹਾਨੂੰ ਪਤਾ ਹੀ ਆ ਕਿ ਜਿਹਨੇ PhD ਕਰ ਲਈ ਉਹ ਉਸ ਵਿਸ਼ੇ ਦਾ ਜਿਹੜਾ ਵਾ ਉਹ ਕਿਹੜਾ ਗਿਆਨ ਜਿਹੜਾ ਨਹੀਂ ਹਾਸਲ ਕਰ ਨਹੀਂ ਸਕਦਾ ਹਾਸਲ ਹਾਂ ਬਾਕੀ ਜਿਹੜਾ ਹੌਲੀ ਹੌਲੀ ਜੀਵਨ 'ਚ ਤੁਰਦੇ ਆ ਤੁਹਾਡੇ ਵਰਗੇ ਜਿਹੜੇ ਸਾਨੂੰ ਕਿਸਾਨ ਵੀਰ ਮਿਲਦੇ ਆ ਉਹਨਾਂ ਦੇ ਕੋਲੋਂ ਸਾਨੂੰ ਮਿਲਦਾ ਰਹਿੰਦਾ ਅਸੀਂ ਗਿਆਨ 'ਚ ਵਾਧਾ ਕਰਦੇ ਰਹਿੰਦੇ ਆ ਜੀ ਦੇਖੋ ਜੀ ਗੱਲ ਤੁਹਾਡੀ ਬੜੀ ਸਹੀ ਆ ਵੀ ਜਿਹੜੇ ਇਦਾਂ ਦੇ ਮਿੱਠਾ ਸਿੰਘ ਹੋਰਾਂ ਵਰਗੇ ਹੰਡੇ ਹੋਏ ਬੰਦੇ ਆ ਉਹਨਾਂ ਦੇ ਕੋਲੋਂ ਵੀ ਬਹੁਤ ਕੁਝ ਮਿਲ ਜਾਂਦਾ ਜੀ 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 ਇਹ ਜ਼ਰੂਰੀ ਨਹੀਂ ਵੀ PhD ਕੀਤੀ ਹੋਆ ਤੁਸੀਂ ਡਾਕਟਰ ਬਣੇ ਹੋ ਆ ਜੀ ਇਹ ਤੁਹਾਡੇ ਵਰਗੇ ਬੰਦਿਆਂ ਕੋਲ ਬਹੁਤ ਕੁਝ ਢਿੱਡ 'ਚ ਛੁਪਿਆ ਹੋਇਆ ਹੁੰਦਾ ਇਹ ਤੇ ਤੁਹਾਡੀ ਜ਼ਰਾ ਨਵਾਜ਼ੀ ਆ ਅੱਛਾ ਸਭ ਸੂਚਨਾ ਲਈ ਕਿਸੇ ਨੂੰ ਜਾਂ ਹੋਰ ਜਾਣਕਾਰੀ ਲਈ ਜੀ ਸਾਹਿਤ ਤੋਂ ਇਲਾਵਾ ਜੀ। ਯੂਨੀਵਰਸਿਟੀ ਹੋਰ ਕਿਹੜੇ ਤਰੀਕੇ ਅਪਣਾਉਂਦੀ ਆ ਵੇਖੋ ਅਸੀਂ ਮਿੱਠਾ ਸਿੰਘ ਜੀ ਇੱਕ ਤੇ ਅੱਜ ਕੱਲ੍ਹ ਵੇਖ ਲਓ ਇਲੈਕਟ੍ਰੋਨਿਕ ਯੁੱਗ ਆ ਜੀ ਅਸੀਂ ਆਪਣੀਆਂ ਨਾ ਕੁਝ ਐਪਸ ਵੀ ਡਿਵੈਲਪ ਕੀਤੀਆਂ ਹੋਈਆਂ ਆ ਸੋਸ਼ਲ ਮੀਡੀਆ ਜਿਹਦੇ ਚ ਜਿਹਨੂੰ ਕਹਿੰਦੇ ਜੀ ਜੀ ਕਿ ਉਹਦੇ ਰਾਹੀਂ ਤੁਸੀਂ ਜਿਵੇਂ ਅਸੀਂ ਡੇਅਰੀ ਪ੍ਰਜਨਨ ਆ ਉਹਦੇ ਤੇ ਐਪ ਬਣਾਈ ਆ ਬੱਕਰੀ ਪਾਲਣ ਸੰਬੰਧੀ ਬਣਾਈ ਆ ਸੂਰ ਪਾਲਣ ਸੰਬੰਧੀ ਬਣਾਈ ਆ ਕਿ ਜੇ ਉਹਨੂੰ ਤੁਸੀਂ ਆਪਣਾ ਪਲੇ ਸਟੋਰ ਤੋਂ ਡਾਊਨਲੋਡ ਕਰ ਲਓ ਤੇ ਜਿਹੋ ਜੀ ਤੁਹਾਡੀ ਲੋੜ ਆ ਜਿਹੋ ਜਿਹਾ ਤੁਹਾਡਾ ਸਵਾਲ ਆ ਤੁਸੀਂ ਉੱਥੋਂ ਜਿਹੜਾ ਵਾ ਉਹ ਵੇਖ ਸਕਦੇ ਜੇ ਕਿ ਮੇਰੇ ਪਸ਼ੂ ਨੂੰ ਜਿਹੋ ਜੀ ਲੋੜ ਆ ਉਹ ਤੁਹਾਨੂੰ ਐਪ ਜਿਹੜੀ ਆ ਉਹੋ ਜਿਹਾ ਜਵਾਬ ਜਿਹੜਾ ਦੇ ਦਿੰਦੀ ਆ ਵਾਹ ਉਹੋ ਜੀ ਲੋੜ ਤੁਹਾਡੀ ਜਿਹੜੀ ਪੂਰੀ ਹੋ ਜਾਂਦੀ ਆ ਕੀ ਆਪ ਮੁਹਾਰੇ ਸਾਨੂੰ ਜਵਾਬ ਦੇ ਦਿੰਦਾ ਜੀ ਜੀ ਉੱਥੋਂ ਤੁਹਾਨੂੰ ਪਤਾ ਲੱਗ ਜਾਣਾ ਤੇ ਨਾਲ ਦੇ ਨਾਲ ਅਸੀਂ ਕੁਛ ਇਹੋ ਜਿਹੇ ਕੈਲੰਡਰ ਬਣਾਏ ਆ ਕੈਲੰਡਰ ਇਹ ਨਹੀਂ ਵੀ ਆ ਜਿਹੜੇ 12 ਮਹੀਨੇ 30 ਦਿਨ ਵਾਲੇ ਹੁੰਦੇ ਆ ਉਹ ਨਹੀਂ ਮੈਂ ਕਹਿਣਾ ਚਾਹੁੰਦਾ ਜਿਹੜੇ ਕੈਲੰਡਰ ਨੇ ਕਿ ਜਿਵੇਂ ਪਸ਼ੂ ਤੁਸੀਂ ਗੱਭਣ ਹੋ ਗਿਆ ਅੱਜ ਜੀ ਹਾਂਜੀ ਤੇ ਉਹ ਅਸੀਂ ਇੱਕ ਕੈਲੰਡਰ ਬਣਾਇਆ ਜਿਹਦੇ ਨਾਲ ਸਾਨੂੰ ਪਤਾ ਲੱਗ ਜੂਗਾ ਵੀ ਇਹਦਾ ਸੂਆ ਕਦੋਂ ਹੋਣਾ ਹਾਂ ਬਹੁਤ ਵਧੀਆ ਠੀਕ ਹੈ ਫਿਰ ਸਾਨੂੰ ਉਸ ਚੀਜ਼ ਦਾ ਅਸੀਂ ਖਿਆਲ ਰੱਖਦੇ ਆ ਸਾਡੇ ਖੁਰਾਕ ਦੇ ਕੈਲੰਡਰ ਬਣੇ ਹੋਏ ਆ ਕਿ ਕਟਣੂ ਵੱਛਣ ਵਾਸਤੇ ਖੁਰਾਕ ਕਿਹੋ ਜੀ ਹੋਣੀ ਚਾਹੀਦੀ ਆ ਵੱਡਿਆਂ ਵਾਸਤੇ ਕਿਹੋ ਜੀ ਹੋਣੀ ਚਾਹੀਦੀ ਜਿਹੜੇ ਵੱਧ ਦੁੱਧ ਦੇਣ ਵਾਲੇ ਉਹਨਾਂ ਵਾਸਤੇ ਕਿਹੋ ਜੀ ਹੋਣੀ ਚਾਹੀਦੀ ਇਹੋ ਜਿਹੇ ਵੀ ਅਸੀਂ ਜਿਹੜਾ 10-12 ਤਰੀਕੇ ਦੇ ਜਿਹੜੇ ਕੈਲੰਡਰ ਜਿਹੜੇ ਉਹ ਤਿਆਰ ਕੀਤੇ ਹੋਏ ਆ ਤਾਂ ਕਿ ਸਾਡੇ ਪਸ਼ੂ ਪਾਲਕ ਵੀਰ ਨੂੰ ਕਿਸੇ ਤਰੀਕੇ ਦੇ ਵਿਗਿਆਨ ਦੀ ਲੋੜ ਹੋਏ ਉਹਨੂੰ ਉਹ ਜਿਹੜਾ ਗਿਆਨ ਉੱਥੋਂ ਮਿਲ ਸਕਦਾ ਜੀ ਇਹ ਤੋਂ ਇਲਾਵਾ ਜਿਹੜਾ ਵਾ ਉਹ ਅਸੀਂ ਹੈਲਪਲਾਈਨ ਨੰਬਰ ਵੀ ਚਲਾਉਂਦੇ ਆ ਹਾਂ ਮੈਂ ਇਹੋ ਹੀ ਤੁਹਾਨੂੰ ਪੁੱਛਣ ਲੱਗਾ ਸੀ ਵੀ ਵੈਸੇ ਤੇ ਤੁਸੀਂ ਆ ਪੱਖ ਛੱਡਿਆ ਹੀ ਕੋਈ ਨਹੀਂ ਜੀ ਜੀ ਹੈਨਾ ਬਈ ਆ ਸਾਹਿਤ ਛਾਪ ਦਿੰਨੇ ਆ ਹੁਣ ਮੈਂ ਮੰਨ ਲਓ ਆ ਤੁਹਾਡੀ ਕਿਤਾਬ ਦੇਖੋ ਮੇਰੇ ਕੋਲ ਪਈ ਆ ਇਹ ਮੈਂ ਰੱਖੀ ਆ ਜਦੋਂ ਮਰਜ਼ੀ ਪੜ੍ਹ ਸਕਦਾ ਇਸ ਤੋਂ ਇਲਾਵਾ ਤੁਸੀਂ ਦੱਸਿਆ ਵੀ ਆ ਐਪ ਵੀ ਬਣਾਏ ਹੋਏ ਆ ਹੈਨਾ ਇਸ ਤੋਂ ਇਲਾਵਾ ਜੇ ਕਿਸੇ ਨੇ ਕੋਈ ਹੋਰ ਚੀਜ਼ ਦੀ ਜਾਣਕਾਰੀ ਲੈਣੀ ਹੋਵੇ ਜਿਵੇਂ ਤੁਸੀਂ ਪਹਿਲਾਂ ਵੈਬਸਾਈਟ ਬਾਰੇ ਦੱਸਿਆ ਬਿਲਕੁਲ ਜੀ ਬਿਲਕੁਲ ਇਹਦੇ ਬਾਰੇ ਤਫਸੀਲ ਨਾਲ ਦੱਸੋ ਵੀ ਜੇ ਕੋਈ ਸੰਪਰਕ ਨੰਬਰ ਆ ਜਾਂ ਵੈਬਸਾਈਟ ਤੇ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਉਹ ਕੀ ਆ ਮਿੱਠਾ ਸਿੰਘ ਜੀ ਵੈਬਸਾਈਟ ਵੀ ਜਿਹੜੀ ਮੈਂ ਤਾਂ ਦੁਬਾਰਾ ਵੀ ਬੋਲ ਦੇਣਾ ਕਿ ਸਾਡੀ www.gadwasu.in ਬਸ ਜੀ ਇਸ ਵੈਬਸਾਈਟ ਤੇ ਜਾਓਗੇ ਤੇ ਬਹੁਤ ਸਾਰੇ ਸਾਡੇ ਮਾਹਰਾਂ ਦੇ ਲੇਖ ਜਿਹੜੇ ਆ ਉਹ ਵੀ ਉੱਥੇ ਪਏ ਜਿਹੜੇ ਅਸੀਂ ਆਮ ਤੌਰ ਤੇ ਇਹਨਾਂ ਰਸਾਲਿਆਂ 'ਚ ਵੀ ਛਾਪਦੇ ਰਹਿੰਦੇ ਆ
ਉਹ ਉੱਥੋਂ ਜਾ ਕੇ ਪੜ੍ਹੇ ਜਾ ਸਕਦੇ ਆ। ਤੇ ਨਾਲ ਦੇ ਨਾਲ ਇਹ ਆ ਕਿ ਜੇ ਕਿਤੇ ਲੋੜ ਪੈ ਜਾਂਦੀ ਆ, ਸਾਡਾ 0161 ਲੁਧਿਆਣੇ ਦਾ ਕੋਡ ਆ ਤੇ 241 40 26 241 40 26 ਇੱਕ ਵਾਰ ਫੇਰ ਦੱਸ ਦਿਓ। 0161 ਜੀ ਲੁਧਿਆਣੇ ਦਾ ਕੋਡ ਚੌਧਰੀ ਸਾਹਿਬ ਤੇ 241 40 26 ਜਿਹੜਾ ਆ ਨੰਬਰ ਆ ਜੀ। ਇਸ ਨੰਬਰ ਦੇ ਉੱਤੇ ਜਿਹੜਾ ਵਾ ਤੁਸੀਂ ਕੋਈ ਗੱਲਬਾਤ ਕਰਨੀ ਆ, ਕੋਈ ਪੁੱਛਣਾ ਵਾ, ਕੋਈ ਸਾਨੂੰ ਕੋਈ ਸਲਾਹ ਦੇਣਾ ਚਾਹੁੰਦੇ ਜੇ ਵੀ ਅਸੀਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਸੁਧਾਰੀਏ, ਸਾਨੂੰ ਇਸ ਚੀਜ਼ ਦੀ ਲੋੜ ਆ, ਇਹ ਤੁਸੀਂ ਪ੍ਰਕਾਸ਼ਿਤ ਕਰੋ। ਉਹ ਸਾਰਾ ਕੁਝ ਜਿਹੜਾ ਵਾ ਤੁਸੀਂ ਇੱਥੇ ਆਪਣਾ ਸਲਾਹ ਮਸ਼ਵਰਾ ਵੀ ਦੇ ਸਕਦੇ ਜੇ ਤੇ ਤੁਸੀਂ ਸਾਡੇ ਕੋਲੋਂ ਕੋਈ ਜਾਣਕਾਰੀ ਰਾਏ ਲੈਣੀ ਆ ਤਾਂ ਉਹ ਵੀ ਤੁਸੀਂ ਲੈ ਸਕਦੇ। ਇਹਦੇ ਕੋਈ ਮਿੱਥਿਆ ਸਮਾਂ ਹੈ ਵੀ ਉਹ ਸਮੇਂ 'ਚ ਹੀ ਲੈ ਸਕਦੇ ਕਿ ਜਦੋਂ ਮਰਜ਼ੀ ਕਰੀਏ? ਇਹ ਜੀ ਸਾਡੇ ਕੰਮਕਾਜੀ ਦਿਨ ਨੇ ਜਿਹੜੇ, ਉਹਨਾਂ ਦਿਨਾਂ ਦੇ ਵਿੱਚ ਜਿਵੇਂ ਅੱਜ ਕੱਲ੍ਹ ਤੇ ਜਿਹੜਾ ਯੂਨੀਵਰਸਿਟੀ ਦਾ ਟਾਈਮ ਜਿਹੜਾ 8 ਤੋਂ 2 ਆ, ਪਰ ਇਹ ਟਾਈਮ ਜਿਹੜਾ ਵਾ ਉਹ ਥੋੜ੍ਹਾ ਚਿਰ ਹੀ ਰਹਿੰਦਾ ਹੈ। ਬਾਕੀ 9 ਤੋਂ 5 ਜਿਹੜਾ ਕਿਸੇ ਵੀ ਕੰਮਕਾਜੀ ਦਿਨ ਦੇ ਵਿੱਚ ਜਿਹੜਾ ਤੁਸੀਂ ਫੋਨ ਕਰਕੇ ਉੱਥੋਂ ਜਾਣਕਾਰੀ ਲੈ ਸਕਦੇ ਜੇ ਤੇ ਸਾਡੇ ਕੋਈ ਨਾ ਕੋਈ ਮਾਹਰ ਜਿਹੜੇ ਆ ਉਹ ਤੁਹਾਨੂੰ ਉਸ ਜਾਣਕਾਰੀ ਦੇ ਨਾਲ ਜ਼ਰੂਰ ਜਿਹੜਾ ਸਰਸ਼ਾਰ ਕਰਨਗੇ। ਹਾਂ, ਇਹ ਤਾਂ ਬਹੁਤ ਵਧੀਆ ਗੱਲ ਆ। ਦੇਖੋ ਜੀ, ਜਿੱਥੇ ਇੰਨੀ ਜਾਣਕਾਰੀ ਦਿੰਦੇ ਆ ਉੱਥੇ ਦੇਖੋ ਇਹਨਾਂ ਦੀ ਕਿੰਨੀ ਜ਼ਰਾ ਨਵਾਜੀ ਆ। ਇਹ ਕਹਿੰਦੇ ਵੀ ਅਸੀਂ ਜੇ ਸਾਨੂੰ ਕੋਈ ਚੰਗੀ ਜਾਣਕਾਰੀ ਦਿੰਦਾ ਆ ਉਹਨੂੰ ਅਸੀਂ ਹੱਸ ਕੇ ਕਬੂਲ ਕਰਦੇ ਆ ਜੀ। ਦੇਖੋ ਸਿਆਣੇ ਐਵੇਂ ਨਹੀਂ ਕਹਿ ਗਏ ਡਾਕਟਰ ਸਾਹਿਬ ਜੀ ਉਹ ਕਿ ਇਲਮ ਇੱਕ ਇਹੋ ਜਿਹੀ ਚੀਜ਼ ਆ, ਇਹਨੂੰ ਵੰਡੋਗੇ ਤੇ ਵਧੇਗਾ ਤੇ ਜੇ ਜਿੱਥੋਂ ਮਿਲਦਾ ਤੇ ਉੱਥੋਂ ਲੈ ਲਓ। ਜੀ ਜੀ, ਇਲਮ ਨਾ ਛੱਡੋ ਕਦੇ ਵੀ, ਜੀ ਜੀ, ਹੈ ਨਾ। ਅੱਛਾ ਡਾਕਟਰ ਸਾਹਿਬ, ਅੱਜ ਕੱਲ ਤੁਹਾਨੂੰ ਪਤਾ ਵੀ ਮਹਾਮਾਰੀ ਦੇ ਹਾਲਾਤ ਚੱਲਦੇ ਪਏ ਆ, ਹੈ ਨਾ। ਇਹਨਾਂ ਦਿਨਾਂ ਦੇ ਵਿੱਚ ਤੇ ਕੰਮਕਾਰ ਤੇ ਹੁੰਦੇ ਪਏ ਆ, ਜੀ ਜੀ, ਪਰ ਉਸ ਸਪੀਡ ਨਾਲ ਨਹੀਂ ਹੁੰਦੇ ਪਏ ਜਿਹੜੀ ਸਪੀਡ ਨਾਲ ਅਸੀਂ ਪਹਿਲਾਂ ਕਰਦੇ ਸੀ, ਹੈ ਨਾ। ਇਹਨਾਂ ਹਾਲਾਤ ਦੇ ਵਿੱਚ ਤੇ ਆ ਸਾਹਿਤ ਬਹੁਤ ਕੰਮ ਦੀ ਚੀਜ਼ ਹੈ ਨਾ। ਇਹਦੇ ਬਾਰੇ ਸਾਡੇ ਮਤਲਬ ਪਸ਼ੂ ਪਾਲਕ ਵੀਰਾਂ ਨੂੰ ਕੁਝ ਕਹਿਣਾ ਚਾਹੋਗੇ? ਜੀ ਵੇਖੋ ਮਿੱਠਾ ਸਿੰਘ ਜੀ, ਇਹਦੇ 'ਚ ਇਹ ਆ ਕਿ ਮੈਂ ਇੱਕ ਤੇ ਇਸ ਸਾਹਿਤ ਦੀ ਤੇ ਗੱਲ ਕਰਦਾ ਕਿ ਲੋਕਾਂ ਦੇ ਘਰਾਂ ਤੱਕ ਪੁੱਜਦਾ, ਪਰ ਨਾਲ ਦੇ ਨਾਲ ਮੈਂ ਨਾ ਬੜਾ ਮਸ਼ਕੂਰ ਆ ਕਿ ਦੂਰਦਰਸ਼ਨ ਕੇਂਦਰ ਤੇ ਜਿਹੜੇ ਸਾਡੇ ਵੱਖੋ ਵੱਖਰੇ ਥਾਵਾਂ ਤੇ ਰੇਡੀਓ ਸਟੇਸ਼ਨ ਕੰਮ ਕਰਦੇ ਨੇ ਜੀ, ਅਸੀਂ ਇਹਨਾਂ ਦੇ ਮਾਧਿਅਮ ਰਾਹੀਂ ਇਹ ਲੋਕਡਾਊਨ ਦੇ ਵਿੱਚ ਵੀ ਜਦੋਂ ਅਸੀਂ ਪਹੁੰਚ ਨਹੀਂ ਸੀ ਸਕਦੇ ਸਰੀਰਕ ਤੌਰ ਤੇ ਸਾਡਾ ਸੁਨੇਹਾ ਜਿਹੜਾ ਜੀ ਕਿ ਲੋਕਡਾਊਨ 'ਚ ਜੇ ਤੁਹਾਡਾ ਦੁੱਧ ਆ ਉਹਨੂੰ ਤੁਸੀਂ ਸੰਭਾਲ ਨਾ ਤੇ ਕਿਸ ਤਰੀਕੇ ਨਾਲ ਕਰੋ, ਉਹਦੀਆਂ ਵਸਤਾਂ ਕਿਹੋ ਜਿਹੀਆਂ ਤੁਸੀਂ ਬਣਾ ਸਕਦੇ। ਸਾਡੇ ਮਾਹਰ ਜਿਹੜੇ ਆ ਵੱਖੋ ਵੱਖਰੇ ਢੰਗ ਤਰੀਕਿਆਂ ਦੇ ਨਾਲ ਜਿਹੜਾ ਅਸੀਂ ਲਗਭਗ ਸਾਡੇ 30-35 ਮਾਹਰ ਜਿਹੜੇ ਆ ਨਾ ਉਹਨਾਂ ਨੇ ਵੱਖੋ ਵੱਖਰੇ ਸਟੇਸ਼ਨਾਂ 'ਤੇ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਜਿਹੜਾ ਇਸ ਤਰੀਕੇ ਦੀ ਜਿਹੜੀ ਜਾਣਕਾਰੀ ਦਿੱਤੀ ਆ। ਤੇ ਬਾਕੀ ਜਿੱਥੇ ਜਿੱਥੇ ਸਾਡਾ ਇਹ ਰਸਾਲਾ ਜਾਂਦਾ ਰਿਹਾ ਅਸੀਂ ਉੱਥੇ ਵੀ ਨਾਲ ਜਿਹੜਾ ਵਾ ਉਹਨਾਂ ਨੂੰ ਬੇਨਤੀ ਕਰਦੇ ਰਹੇ ਹਾਂ, ਜਿਨ੍ਹਾਂ ਕਿਸਾਨ ਵੀਰਾਂ ਨਾਲ ਸਾਡਾ ਸੰਪਰਕ ਆ, ਕਿਉਂਕਿ ਅਸੀਂ ਆਪਣੇ ਕੁਛ ਦੂਤ ਵੀ ਬਣਾਏ ਹੋਏ ਵੱਖੋ ਵੱਖਰੇ ਪਿੰਡਾਂ ਦੇ ਵਿੱਚ, ਉੱਥੇ ਸਾਡੇ ਰਸਾਲੇ ਪਹੁੰਚਦੇ ਆ ਤਾਂ ਉਹਨਾਂ ਨੂੰ ਇਹ ਵੀ ਕਰੀਦਾ ਕਿ ਤੁਸੀਂ ਜਿਹੜਾ ਵਾ ਉਹ ਇਹਨਾਂ ਨੂੰ ਅੱਗੇ ਤੱਕ ਪਹੁੰਚਾਓ ਤੇ ਸਾਡਾ ਸੁਨੇਹਾ ਲੋਕਾਂ ਤੱਕ ਪਹੁੰਚਦਾ। ਵਾਹ, ਬਹੁਤ ਵਧੀਆ ਗੱਲ ਆ ਜੀ ਡਾਕਟਰ ਸਾਹਿਬ। ਵੈਸੇ ਤੇ ਕਰਨਾ ਨਹੀਂ ਚਾਹੀਦਾ ਪਰ ਫਿਰ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੜੀ ਤਫਸੀਲ ਦੇ ਨਾਲ ਕਰਨਾ ਹੀ ਆਪਾਂ ਇੰਨੀਆਂ ਗੱਲਾਂ ਦੱਸੀਆਂ। ਤੇ ਚੌਧਰੀ ਸਾਹਿਬ ਜੀ ਮੌਸਮ ਦਾ ਹਾਲ ਆਇਆ, ਉਹ ਤਾਂ ਬੜਾ ਜ਼ਰੂਰੀ ਆ, ਦੱਸੋ। ਚੰਡੀਗੜ੍ਹ ਮੌਸਮ ਜਿਹੜਾ ਜੀ ਵੱਧ ਤੋਂ ਵੱਧ 34.1 ਡਿਗਰੀ ਸੈਲਸੀਅਸ ਰਿਹਾ ਜੀ, ਘੱਟ ਤੋਂ ਘੱਟ 27.2 ਡਿਗਰੀ ਸੈਲਸੀਅਸ। ਅੰਮ੍ਰਿਤਸਰ 'ਚ ਵੱਧ ਤੋਂ ਵੱਧ 33.5 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 25.4 ਡਿਗਰੀ ਸੈਲਸੀਅਸ। ਲੁਧਿਆਣੇ ਵੱਧ ਤੋਂ ਵੱਧ 33.2 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 26.1 ਡਿਗਰੀ ਸੈਲਸੀਅਸ ਜੀ। ਪਟਿਆਲੇ ਵੱਧ ਤੋਂ ਵੱਧ 35 ਡਿਗਰੀ ਸੈਲਸੀਅਸ ਰਿਹਾ ਤੇ ਘੱਟ ਤੋਂ ਘੱਟ 26.6 ਡਿਗਰੀ ਸੈਲਸੀਅਸ। ਬਠਿੰਡੇ ਵੱਧ ਤੋਂ ਵੱਧ 31.4 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 26.5 ਡਿਗਰੀ ਸੈਲਸੀਅਸ ਰਿਹਾ ਜੀ। ਤੇ ਫਰੀਦਕੋਟ ਜਿਹੜਾ ਜੀ ਵੱਧ ਤੋਂ ਵੱਧ 32 ਡਿਗਰੀ ਸੈਲਸੀਅਸ ਰਿਹਾ ਤੇ ਘੱਟ ਤੋਂ ਘੱਟ 26.3 ਡਿਗਰੀ ਸੈਲਸੀਅਸ ਰਿਹਾ ਜੀ। ਤੇ ਬਾਕੀ ਇਹਨਾਂ ਨੇ ਕਿਹਾ ਵੀ ਮਹਿਕਮੇ ਵਾਲਿਆਂ ਨੇ ਵੀ ਆਉਣ ਵਾਲੇ 24 ਘੰਟਿਆਂ 'ਚ ਨਾ ਕਾਫੀ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਿਹੜੀ ਆ ਉਹ ਪੈ ਸਕਦੀ ਆ। ਤੇ ਬਾਕੀ ਸਾਡਾ ਜਿਹੜਾ ਪਤਾ ਹੈ ਉਹਦੇ ਤੇ ਤੁਸੀਂ ਸਾਨੂੰ ਜਾਣਕਾਰੀ ਦੇ ਸਕਦੇ ਆ, ਲਿਖ ਸਕਦੇ ਆ। ਮੇਰਾ ਪਿੰਡ ਮੇਰੇ ਖੇਤ, ਡੀਡੀ ਪੰਜਾਬੀ, ਦੂਰਦਰਸ਼ਨ ਕੇਂਦਰ, ਭਗਵਾਨ ਮਹਾਵੀਰ ਮਾਰਗ, ਜਲੰਧਰ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabi@gmail.com। ਹੱਸਦੇ ਰਹੋ, ਵਸਦੇ ਰਹੋ, ਕੰਮ ਕਰੋ, ਮਿਹਨਤ ਕਰੋ। ਬਸ ਅੱਜ ਕੱਲ੍ਹ ਦੇ ਹਾਲਾਤ ਅਨੁਸਾਰ ਥੋੜ੍ਹੀ ਸਮਾਜਿਕ ਦੂਰੀ ਬਣਾਈ ਰੱਖੋ ਤੇ ਬਾਹਰ ਨਿਕਲਣ ਵੇਲੇ ਮਾਸਕ ਜ਼ਰੂਰ ਪਾਓ। ਤੇ ਹੁਣ ਦਿਓ ਇਜਾਜ਼ਤ। ਜੈ ਹਿੰਦ ਜੀ। ਜੈ ਹਿੰਦ ਜੀ, ਜੈ ਹਿੰਦ।